ਮਾਨਯੋਗ ਗੁਰੂ ਸਵਾਰਿਓ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੂੰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਇਸ ਗੁਰਮਤਿ ਕਲਾਸ ਵਿੱਚ ਜੀ ਆਇਆਂ। ਅਕਾਲ ਪੁਰਖ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਨਾਲ ਅਸੀਂ ਗੁਰੂ ਦੀਆਂ ਕਥਾ ਕਹਾਣੀਆਂ ਕਰਨ ਲਈ ਰੋਜ਼ ਆਨਲਾਈਨ ਇਕੱਠੇ ਹੁੰਦੇ ਹਾਂ। ਹਰ ਮੰਗਲਵਾਰ ਭੱਟਾਂ ਦੇ ਸਵਈਏ ਸਿਰਲੇਖ ਹੇਠ ਅਸੀਂ ਉਹਨਾਂ ਸਵਈਆਂ ਦੀ ਜਿੱਥੇ ਅਰਥਬੋਧ ਵਿਚਾਰ ਕਰ ਰਹੇ ਹਾਂ, ਉੱਥੇ ਗੁਰਬਾਣੀ ਵਿਆਕਰਨ ਦੇ ਨਿਯਮ ਉਚਾਰਨ, ਗੁਰਬਾਣੀ ਵਿਆਕਰਨ ਅਨੁਸਾਰ ਉਹਦੇ ਅਰਥਬੋਧ, ਇਹ ਵਿਚਾਰਾਂ ਅਸੀਂ ਹਰ ਹਫ਼ਤੇ ਕਰਦੇ ਹਾਂ। ਸਵਈਏ ਮਹਿਲੇ ਪੰਜਵੇਂ ਕੇ ਸਿਰਲੇਖ ਹੇਠ 6 ਸਵਈਆਂ ਦੀ ਵਿਚਾਰ ਅਸੀਂ ਭੱਟ ਮਥੁਰਾ ਜੀ ਦੇ ਕਰ ਚੁੱਕੇ ਹਾਂ। ਭੱਟ ਮਥੁਰਾ ਜੀ ਦਾ ਆਖਰੀ ਸਵਈਆ ਹੈ ਜੋ 7ਵਾਂ ਸਵਈਆ ਹੈ, ਵੈਸੇ 19ਵਾਂ ਸਵਈਆ ਹੈ ਗੁਰੂ ਸਵਈਏ ਮਹਿਲੇ ਪੰਜਵੇਂ ਕੇ ਸਿਰਲੇਖ ਹੇਠ। ਉਹਦੀ ਵਿਚਾਰ ਆਰੰਭ ਹੋਏਗੀ, ਪਰ ਜੇ ਸਮਾਂ ਮੁਤਾਬਕ ਭੱਟ ਹਰਬੰਸ ਜੀ ਦੇ 2 ਸਵਈਏ ਹਨ, ਸਵਈਏ ਮਹਿਲੇ ਪੰਜਵੇਂ ਕੇ ਸਿਰਲੇਖ ਹੇਠ। ਜਿੰਨਾ ਵੀ ਸਮਾਂ ਹੋਇਆ ਉਸ ਮੁਤਾਬਕ ਇਸ ਸਵਈਆਂ ਦੀ ਵਿਚਾਰ ਅੱਜ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਲੁਧਿਆਣੇ ਵਾਲੇ ਸਾਡੇ ਨਾਲ ਸਾਂਝੀ ਕਰਨਗੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਸਵਈਆਂ ਦੀ ਵਿਚਾਰ ਸਾਡੇ ਨਾਲ ਸਾਂਝੀ ਕਰਨ ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ ਅਤੇ ਉਹਨਾਂ ਦੇ ਸੁੱਚੇ ਵਿਦਵਾਨਾਂ ਦੀ ਟੀਮ ਨੂੰ, ਸਿੱਖ ਮਿਸ਼ਨਰੀ ਕਾਲਜ ਸਰਕਲ ਨਾਲ ਜੁੜੀਆਂ ਹੋਈਆਂ ਸਮੂਹ ਸਾਧ ਸੰਗਤਾਂ, ਇਸ ਕਲਾਸ ਨਾਲ ਜੁੜੇ ਹੋਏ ਸਾਰੇ ਗੁਰੂ ਪਿਆਰਿਆਂ ਨੂੰ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਪਾਵਨ ਸਿਫਤ ਸਲਾਹ ਦੇ ਵਿੱਚ ਭੱਟ ਮਥੁਰਾ ਜੀ ਨੇ ਸਵਈਏ ਉਚਾਰਨ ਕੀਤੇ ਹਨ। 7 ਸਵਈਆਂ ਵਿੱਚੋਂ ਭੱਟ ਮਥੁਰਾ ਜੀ ਦੇ ਮੁਖਾਰਬਿੰਦ ਤੋਂ ਉਚਾਰਨ 6 ਸਵਈਆਂ ਦੇ ਵਿਚਾਰ ਅਸੀਂ ਪਿਛਲੇ ਦਿਨ ਹੀ ਸਰਵਣ ਕਰ ਚੁੱਕੇ ਹਾਂ। 7ਵੇਂ ਸਵਈਏ ਦੀ ਅੱਜ ਇਹ ਵਿਚਾਰ ਆਰੰਭ ਹੋਏਗੀ। ਅੱਜ ਦੀ ਇਹ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮੈਂ ਇੱਕ ਵਾਰ ਇਸ ਸ਼ਬਦ ਦਾ ਪਾਠ ਕਰ ਲਵਾਂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਲ ਸਮੁੰਦਰ ਭਏ ਰੂਪ ਪ੍ਰਗਟ, ਹਰ ਨਾਮ ਉਦਾਹਰਨ, ਬਸੈ ਸੰਤ ਜਿਸ ਹਿਰਦੈ, ਦੁਖ ਦਾਰਿਦ੍ਰ ਨਿਵਾਰਨ। ਕਲ ਸਮੁੰਦਰ ਭਏ ਰੂਪ ਪ੍ਰਗਟ, ਹਰ ਨਾਮ ਉਦਾਹਰਨ, ਬਸੈ ਸੰਤ ਜਿਸ ਹਿਰਦੈ, ਦੁਖ ਦਾਰਿਦ੍ਰ ਨਿਵਾਰਨ। ਨਿਰਮਲ ਭੇਖ ਅਪਾਰ, ਤਾਸ ਬਿਨ ਅਵਰ ਨਾ ਕੋਈ, ਮਨ ਬਚ ਜਿਨ ਜਾਣਿਓ, ਭਇਓ ਤਿਹ ਸੰਸਰ ਸੋਈ। ਧਰਨ ਗਗਨ ਨਵ ਖੰਡ ਮੈਂ, ਜੋਤ ਸਰੂਪੀ ਰਹਿਓ ਪਰ, ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਧਰਨ ਗਗਨ ਨਵ ਖੰਡ ਮਹਿ, ਜੋਤ ਸਰੂਪੀ ਰਹਿਓ ਪਰ, ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭੱਟ ਮਥੁਰਾ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਗੁਰਦੇਵ ਜੀ ਦੀ ਸਿਫਤ ਸਲਾਹ ਦੇ 7ਵੇਂ ਸਵਈਏ ਦੀ ਇਹ ਵਿਚਾਰ ਆਰੰਭ ਹੈ। ਅੱਜ ਭੱਟ ਜੀ ਨੇ ਸਾਡੇ ਜੀਵਨ ਤੇ ਮਿਹਰਮਤ ਕੀਤੀ। ਕੱਲ ਸਮੁੰਦਰ ਪ੍ਰਿੰਟਡ ਬੀੜਾਂ ਦੇ ਵਿੱਚ ਪਾਠ ਛਪਿਆ ਹੋਇਆ ਸਮੁੰਦਰ, ਹੱਥ ਲਿਖਤ ਜਿਹੜੀਆਂ ਬੀੜਾਂ ਹਨ ਉਹਨਾਂ ਵਿੱਚ ਪਾਠ ਹੈ ਸਮੁੰਦਰ। ਭਾਵ ਉੱਥੇ
मम्मे दे पैर च औंकड़ दे नाल नाल टिप्पी भी लगी हुई है। मैं आप जी नूं कहो तो मैं इत्थे थोड़ा जिहा दर्शन करा दिना। बहुत सारिया बीड़ां दे विच आप जी थे देख सकते हो जी, समुद्र 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 समुद्र, मैं दी बजाय मैं मैंने समुद्र विच। अच्छा, ये दूसरा समुद्र है। ਇਹਦੇ ਵਿੱਚ ਇੱਕ ਨਾਲ ਹੋਰ ਚੀਜ਼ ਆਪ ਨੂੰ ਦੱਸਣੀ ਸੀ, ਉਹ ਐਕਚੁਅਲੀ ਪਿਛਲੀ ਪੰਕਤੀ ਹੈਗੀ ਹੈ। ਮਨ ਬਚ ਕ੍ਰਮ, ਬਚ ਸ਼ਬਦ, ਬਚਨ ਬਚਨ ਬਚ ਸ਼ਬਦ, ਇਹ ਜਿਹੜਾ ਆਮ ਹੁੰਦਾ ਵੈ। ਮਨ ਬਚ ਕ੍ਰਮ, ਤੀਸਰਾ ਸ਼ਬਦ ਕ੍ਰਮ ਵੀ ਆਉਂਦਾ ਹੈਗਾ ਵੈ, ਇਹ ਵੀ ਆਪ ਜੀ ਦੇਖ ਲਿਓ। ਅੱਜ ਨੇ ਰਸੋਈਆਂ ਨਾਲ ਸੰਬੰਧਿਤ ਮੈਂ ਸਾਰੀ ਜਾਣਕਾਰੀ ਆਪ ਜੀ ਨੂੰ ਇੱਥੇ ਹੁਣੇ ਦੇ ਦਿੰਦਾ ਵਾਂ। ਜਿਹੜਾ ਭੱਟ ਹਰਬੰਸ ਜੀ ਦੇ ਸਵਈਏ ਆਰੰਭ ਹੋਣੇ ਨੇ, ਉਹਦੇ ਚ ਹਰਬੰਸ ਕਹੇ ਇਹ ਪਹਿਲਾਂ ਸਿਰਲੇਖ ਦਿੱਤਾ ਗਿਆ ਹੈਗਾ। ਜਿਵੇਂ ਮੈਂ ਆਪ ਜੀ ਨੂੰ ਪਹਿਲਾਂ ਦੱਸਿਆ ਕਿ ਭੱਟਾਂ ਦੇ ਸਵਈਆਂ ਵਿੱਚ ਯਈਏ ਦੀ ਪ੍ਰਿੰਟਡ ਬੀੜਾਂ 'ਚ ਬਹੁਤ ਸਾਰੀ ਵਰਤੋਂ ਹੈ, ਪਰ ਹੱਥ ਲਿਖਤ ਬੀੜਾਂ ਦੇ ਵਿੱਚ ਯਈਏ ਦੀ ਵਰਤੋਂ ਨਹੀਂ ਮਿਲਦੀ ਹੈਗੀ। ਈੜੀ ਨੂੰ ਸਿਆਰੀ, ਈੜੀ ਨੂੰ ਸਿਆਰੀ, ਈੜੀ ਨੂੰ ਸਿਆਰੀ, ਇਸ ਤਰ੍ਹਾਂ ਇਹ ਪਾਠ ਮਿਲਦਾ ਹੈਗਾ। ਇੱਥੇ ਵੀ ਯਈਏ ਥਾਂ ਤੇ ਈੜੀ ਨੂੰ ਸਿਆਰੀ ਪਾਠ ਮਿਲਦਾ ਹੈਗਾ। ਆਇਓ ਵੀ ਜਿਹੜਾ ਇਸ ਤਰ੍ਹਾਂ ਪਾਠ ਹੈ, ਆਇਓ, ਈੜੀ ਨੂੰ ਸਿਆਰੀ, ਊੜਾ ਖੁੱਲਾ। ਖੈਰ, ਬਾਕੀ ਜਿਹੜਾ ਪਿਛਲਾ ਸਮੁੰਦਰ ਆਇਆ ਹੈਗਾ, ਕੱਲ ਘੋਰ ਸਮੁੰਦਰ ਮੈਂ ਬੂਟ ਥੇ, ਉੱਥੇ ਸਮੁੰਦਰ ਜਿਹੜਾ ਉਹ ਟਿੱਪੀ ਦੇ ਨਾਲ ਆਇਆ ਹੈਗਾ। ਤੇ ਜਿਹੜਾ ਇਹ ਸਮੁੰਦਰ ਹੈ, ਇਹਦੇ ਬਾਰੇ ਵੀ ਮੈਂ ਕੁਝ ਥਾਵਾਂ ਤੇ ਇਹ ਦੇਖਿਆ ਸੀ ਕਿ ਹੱਥ ਲਿਖਤ ਬੀੜਾਂ ਵਿੱਚ ਕਿ ਸਮੁੰਦਰ ਇੱਥੇ ਵੀ ਮੱਮੇ ਦੇ ਉੱਤੇ ਟਿੱਪੀ ਦੇ ਨਾਲ ਹੀ ਆਇਆ ਹੋਇਆ। ਖੈਰ, ਪਾਠ ਭੇਦਾਂ ਦੀ ਸੂਚੀ ਵਿੱਚ ਇਹਦੇ ਬਾਰੇ ਜ਼ਿਕਰ ਨਹੀਂ ਕੀਤਾ ਗਿਆ। ਅੱਜ ਦੀ ਮੈਂ ਵਿਚਾਰ ਆਰੰਭ ਕਰ ਰਿਹਾ ਹਾਂ ਜੀ। ਕੱਲ ਸਮੁੰਦਰ, ਕੱਲ ਮੈਨੇ ਇਸ ਸਮੇਂ ਦੇ ਵਿੱਚ, ਚੱਲ ਰਹੇ ਸਮੇਂ ਦੇ ਵਿੱਚ ਸਮੁੰਦਰ ਤੋਂ ਭਏ ਰੂਪ ਪ੍ਰਗਟ ਹਰ ਨਾਮ ਉਦਾਹਰਨ। ਭਏ ਰੂਪ ਮੈਨੇ ਪ੍ਰਗਟ ਦੇ ਇੱਥੇ ਟੈਂਕੀ ਨੂੰ ਆ ਗਈ ਸਿਆਰੀ। ਪ੍ਰਗਟ ਭਏ ਭਾਵ ਪ੍ਰਗਟ ਹੋ ਗਏ। ਰੂਪ, ਕਿਹੜਾ ਰੂਪ ਪ੍ਰਗਟ ਰੂਪ ਹੋਇਆ? ਹਰ ਨਾਮ ਉਦਾਹਰਨ। ਹਰ ਨਾਮ ਰੂਪੀ ਪ੍ਰਗਟ ਹੋਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹਰੀ ਦੇ ਨਾਮ ਰੂਪੀ ਪ੍ਰਗਟ ਹੋਏ। ਤੇ ਉਦਾਹਰਨ ਦਾ ਸੰਬੰਧ ਹੈਗਾ ਸਮੁੰਦਰ ਦੇ ਨਾਲ। ਸਮੁੰਦਰ ਤੋਂ ਉਦਾਹਰਨ ਕਰਨ ਵਾਸਤੇ, ਉਧਾਰ ਕਰਨ ਵਾਸਤੇ, ਕੱਲ ਸਮੁੰਦਰ ਤੋਂ ਤਾਰਨ ਵਾਸਤੇ, ਇਸ ਕਰਕੇ ਸਮੁੰਦਰ ਤੇ ਸਾਨੂੰ ਰੁਕਣਾ ਪਏਗਾ, ਕਿਉਂਕਿ ਇਹਦੀ ਅਗਲੀ ਜਿਹੜੀ ਅਗਲਾ ਸ਼ਬਦ ਉਦਾਹਰਨ ਹੈਗਾ। ਏਦਾਂ ਕਹਿ ਲਓ ਵੀ ਕੱਲ ਸਮੁੰਦਰ ਉਦਾਹਰਨ, ਭਾਵ ਕਲਯੁਗ ਵਿੱਚ ਸਮੁੰਦਰ ਤੋਂ ਤਾਰਨ ਦੇ ਲਈ ਕੀ ਕੌਣ ਆਇਆ ਜੀ? ਭਏ ਰੂਪ ਪ੍ਰਗਟ ਹਰ ਨਾਮ। ਗੁਰੂ ਅਰਜਨ ਦੇਵ ਪਾਤਸ਼ਾਹ ਹਰੀ ਦਾ ਨਾਮ ਰੂਪ ਪ੍ਰਗਟ ਹੋਏ ਹਨ। ਭਏ ਮੈਨੇ ਹੋ ਗਏ, ਰੂਪ ਮੈਨੇ ਨਾਮ ਰੂਪ ਪ੍ਰਗਟ ਸਾਹਮਣੇ ਜਗਤ ਦੇ ਵਿੱਚ ਆ ਗਏ। ਹਰ ਇੱਥੇ ਪ੍ਰਭੂ ਦਾ ਨਾਮ ਹੈ। ਹਰ ਨਾਮ ਭਾਵ ਪ੍ਰਭੂ ਦੇ ਨਾਮ ਰੂਪ ਪ੍ਰਗਟ ਹੋਣ ਵਾਲੇ ਗੁਰੂ ਅਰਜਨ ਦੇਵ ਪਾਤਸ਼ਾਹ ਜੀਵਾਂ ਨੂੰ ਸਮੁੰਦਰ ਤੋਂ ਤਾਰਨ ਲਈ ਪ੍ਰਗਟ ਹੋਏ ਹਨ। ਕੱਲ ਸਮੁੰਦਰ ਭਏ ਰੂਪ ਪ੍ਰਗਟ ਹਰ ਨਾਮ ਉਦਾਹਰਨ। ਇਹਦਾ ਵਿਸਰਾਮ ਸਮੁੰਦਰ ਤੇ ਵੀ ਆਏਗਾ ਤੇ ਇੱਥੇ ਨਾਮ ਤੋਂ ਬਾਅਦ ਵੀ ਵਿਸਰਾਮ ਆਏਗਾ। ਕੱਲ ਸਮੁੰਦਰ ਭਏ ਰੂਪ ਪ੍ਰਗਟ ਹਰ ਨਾਮ ਉਦਾਹਰਨ। ਗੁਰੂ ਅਰਜਨ ਦੇਵ ਪਾਤਸ਼ਾਹ ਹਰੀ ਦੇ ਨਾਮ ਰੂਪੀ ਪ੍ਰਗਟ ਹੋਏ ਹਨ ਕਲਯੁਗ ਦੇ ਸਮੁੰਦਰ ਤੋਂ ਤਾਰਨ ਦੇ ਲਈ। ਗੁਰੂ ਅਰਜਨ ਦੇਵ ਪਾਤਸ਼ਾਹ ਜਿਹੜੇ ਨੇ, ਭੱਟ ਮਥੁਰਾ ਜੀ ਆਖਦੇ ਨੇ, ਉਹ ਹਰੀ ਦਾ ਨਾਮ ਰੂਪ ਨੇ। ਹੁਣ ਹਰੀ ਦਾ ਨਾਮ ਰੂਪ ਕਿਉਂ ਕਿਹਾ ਗਿਆ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ? ਹਰੀ ਦੇ ਜਿੰਨੇ ਵੀ ਨਾਮ ਨੇ, ਹਰੀ ਦੇ ਗੁਣ ਹਨ। ਹਰੀ ਦਾ ਨਾਮ ਹੈ ਨਿਰਵੈਰ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਹਰੀ ਦੇ ਨਾਮ ਰੂਪ ਹੋ ਗਏ। ਜੇ ਹਰੀ ਦਾ ਨਾਮ ਨਿਰਵੈਰ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਨਿਰਵੈਰ ਹੋ ਗਏ। ਜੇ ਪ੍ਰਭੂ ਦਾ ਨਾਮ ਨਿਰਭਉ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਨਿਰਭਉ ਹੋ ਗਏ। ਜੇ ਪ੍ਰਭੂ ਦਾ ਨਾਮ ਦਿਆਲੂ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਦਇਆ ਦੇ ਘਰ ਬਣ ਗਏ। ਜੇ ਪ੍ਰਭੂ ਦਾ ਨਾਮ ਬਖਸ਼ਿੰਦ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿੰਦ ਸਤਿਗੁਰੂ ਹੋ ਗਏ। ਭਾਵ ਗੁਰੂ ਅਰਜਨ ਦੇਵ ਪਾਤਸ਼ਾਹ ਰੱਬ ਦਾ ਰੂਪ ਹੋ ਗਏ, ਪ੍ਰਭੂ ਦਾ ਰੂਪ ਹੋ ਗਏ। ਪ੍ਰਭੂ ਦੇ ਨਾਮ ਦਾ ਰੂਪ ਹੋਣ ਦਾ ਭਾਵ ਉਹਨਾਂ ਵਿੱਚ ਪ੍ਰਭੂ ਵਾਲੇ ਗੁਣ ਪ੍ਰਗਟ ਹੋ ਗਏ। ਮੈਂ ਅਕਸਰ ਆਖਦਾ ਹੁੰਦਾ ਕਿ ਰੱਬ ਦੀ ਖੋਜ ਰੱਬ ਹੋਣ ਦੀ ਖੋਜ ਹੈ। ਜੀਵ ਨੇ ਰੱਬ ਬਣਨਾ ਹੈ, ਅਸੀਂ ਪ੍ਰਭੂ ਹੋਣਾ ਹੈ।
ते गुरु जिहड़ा वो प्रभु का रूप है। सतपुरुख जिन जानिया सतगुर तिसका नाम। सतगुरु वो है जिन्हें सतपुरुख नूं जान लिया है, जिन्हें सतपुरुख दे नाल एक मिकता हासिल कर ली। कल समुद्र पए रूप प्रगट हर नाम उदाहरण। कलयुग समुद्र तो उधार करने वास्ते गुरु अर्जन देव पातशाह जी प्रभु का नाम रूप प्रगट हुए हैं। भाव जिन्ने रब दे गुण ने वो सारे दे सारे गुण गुरु अर्जन देव पातशाह के हिरदे च समा गए ने। रब दे गुण गुरु अर्जन देव पातशाह विच भरे गए हैं। अगली तुक इस गल नूं होर स्पष्ट कर दिंदी है। बसे संत जिस हृदय। संत मैंने प्रभु जिहड़े शांति का सोमा हैं। प्रभु इत्थे प्रभु वास्ते संत आया। ते असी पिछे विचार कीती सी कुछ आदरवाची जिहड़े शब्द हुंदे ने वो बहुवचनी रूप दे विच आ जांदे हुंदे ने। हुण इत्थे संत जिहड़ा है वो आदरवाची शब्द हैगा। इत्थे आदरवाची शब्द की गल कीती जा रही है, इस करके बसें जिहड़ा है वो शब्द बहुवचन रूप दे विच साडे सामने आ गया। बसें संत भाव प्रभु जी वसते हैं। जिहड़े शांति दे सोमे ने वो प्रभु जी वसते हैं। जिस हृदय जिस गुरु अर्जन देव पातशाह दे हिरदे विच प्रभु जी वसते हैं। संत शब्द गुरबाणी च अनेकां थावां ते रब वास्ते भी आया होया। भाग होवा गुर संत मिलाया। उत्थे गुर दे रारे नूं सियारी है। भाव गुरु ने वड्डे भाग जाग पे। गुरु ने संत दे तत्ते नूं उत्थे औंकड़ा है। एक वचन पुलिंग संत मिलाया। गुरु ने संत नाल मिला दिता। जे असीं संत किसी मनुख नूं समझांगे फलाना मनुख संत है, फिर गुरु अपने तो नीवें नाल थोड़ी मिलाएगा। गुरु ते अपने तो उच्चे नाल मिलांदा है। गुरु रब नाल मिलांदा है। गुरु दा काम ही यह है। सतगुरु विच वड्डी वडियाई चिरी विछुन्ने मेल मिलाई। वो चिरी विछुन्नियां नूं विछड़ियां नूं रब नाल मिला दिंदा है। चिरी विछुन्ने भी मिलन जो सतगुरु से मन। गुरु दा यही बड़प्पन है। गुरु रब नाल मिलांदा है। जैसा सतगुरु सुनिंदा तैसो ही मैं ढीठ। विछड़िया मेले प्रभु। वो विछड़े नूं प्रभु नाल मिला दिंदा है। विछड़िया नूं रब नाल जोड़दा है। विछड़िया मेले प्रभु हर दरगाह का वसीट। वो दरगाह दा विचोला है, वकील है। गुरु रब नाल मिलांदा है। भाग होवा गुर संत मिलाया। गुरु ने संत नाल मिला दिता, रब नाल मिला दिता। केड़ा संत है वो? अगली तुक च स्पष्ट है। प्रभ अविनाशी घर में पाया। अविनाशी प्रभु घर च मिल गया। इत्थे भी संत का अर्थ है प्रभु जी। आदरवाची शब्द आ गया, इस करके प्रभु जी शब्द आ गया। बसें वसदे हन। बसें संत जिस हृदय जिस गुरु अर्जन देव पातशाह दे हिरदे विच प्रभु संत वसते हैं। शांति का सोमा रब जिस हिरदे च टिकिया होया है। दुख दारिद्र निवारण। दुख दारिद्र निवारण। दुख खखा मुक्ता है। ਇਹਦਾ मतलब ਇਹ बहुवचन शब्द है। बहुते दुख दारिद्र। इत्थे अखीरला अखर र भी मुक्ता है। मैंने बहुते दरिद्र। दुख दारिद्र निवारण। दुखां ते दरिद्रां दा निवारण करने वाले गुरु अर्जन देव पातशाह। निवारण दे नन्ने नूं औंकड़ है क्योंकि ये एक वचन पुलिंग दा विशेषण है, इस करके औंकड़ नाल आया है। गुरु अर्जन देव पातशाह दुख दारिद्र निवारण हाल भाव दुखां दरिद्रां दा नाश करने वाले हैं। उस गुरु अर्जन देव पातशाह जी के अंदर रब वसता है। भाव उन्हां च रब वाले सारे गुण वसते हैं। रब कोई व्यक्ति विशेष नहीं है। जे व्यक्ति हुंदा ते एक व्यक्ति दूजे विच किवें समा सकदा है? रब गुण है। हाँ, गुण समाए जा सकते हैं। गुण आ सकते हैं जीवन विच। किसी दे भी गुण असीं एक्सैप्ट कर सकते हाँ। असीं उहदा रूप हो जाने हाँ। जदों कोई प्रभु के गुणां नूं अपने जीवन दे विच प्रवान करता है, कबूल करता है, एक्सैप्ट कर लैंदा है, उदों वो जीव भी प्रभु का रूप हो जाता है। इत्थे गुरु अर्जन देव पातशाह प्रभु का रूप हो गए हैं। बसें संत जिस हृदय दुख दारिद्र निवारण। अगली तुक निर्मल भेख अपार तास बिन अवर ना कोई। इत्थे फिर इसे पिछली तुक का विस्तार कर दिता। अपार दे रारे नूं औंकड़ नहीं आई। इहदा मतलब जां ते इह बहुवचन शब्द है, जां इह संबोधन शब्द है, जां फिर इहदे अगे कोई ना कोई संबंधक लग्या होएगा। एक वचन पुलिंग नाउं दे आखिरी अखर नूं औंकड़ ना होवे ते इह तीन कारण हुंदे ने।
ਜਾਂ ਤੇ ਉਹ ਇੱਕ ਵਚਨ ਪੁਲਿੰਗ ਨਾਉ ਬਹੁਵਚਨ ਹੋਏਗਾ, ਜਾਂ ਉਹ ਸੰਬੋਧਨ ਹੋਏਗਾ, ਤੇ ਜਾਂ ਫਿਰ ਉਹਦੇ ਅੱਗੇ ਸੰਬੰਧਕ ਲੱਗਿਆ ਹੋਏਗਾ ਪ੍ਰਗਟ ਜਾਂ ਲੁਪਤ ਰੂਪ ਵਿੱਚ। ਅਪਾਰ ਇੱਥੇ ਹੀ ਅਪਾਰ ਸੰਬੋਧਨ ਨਹੀਂ ਹੈ, ਅਪਾਰ ਰੱਬ ਬਹੁਤੇ ਰੱਬ ਨਹੀਂ ਹਨ। ਫਿਰ ਅੱਗੇ ਸੰਬੰਧਕ ਹੈ ਅਪਾਰ ਦਾ, ਅਪਾਰ ਜਿਹਦਾ ਪਾਰਾਵਾਰ ਨਹੀਂ, ਉਸ ਪ੍ਰਭੂ ਦਾ, ਜਿਸ ਪ੍ਰਭੂ ਦਾ ਪਰਲਾ ਬੰਨਾ ਨਹੀਂ ਹੈ। ਉਹ ਐਸਾ ਗੁਣਾ ਸਰੂਪ ਹੈ ਜਿਹਦੇ ਗੁਣਾ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਅਪਾਰ ਦਾ ਨਿਰਮਲ ਭੇਖ, ਭੇਖ ਦਾ ਮਤਲਬ ਹੁੰਦਾ ਸਰੂਪ, ਭੇਖ ਦਾ ਮਤਲਬ ਹੁੰਦਾ ਇੱਕ ਪਹਿਰਾਵਾ। ਆਮ ਤੌਰ ਤੇ ਧਰਮ ਦੀ ਦੁਨੀਆ ਵਿੱਚ ਕੋਈ ਨਾ ਕੋਈ ਭੇਖ ਪਹਿਰਾਵੇ ਦੇ ਰੂਪ ਦੇ ਵਿੱਚ ਰੱਖਿਆ ਮੰਨਿਆ ਗਿਆ ਸੀ ਕਿ ਆਹ ਭੇਖ ਧਾਰਨ ਕੀਤਿਆਂ ਰੱਬ ਮਿਲ ਜਾਂਦਾ ਹੈ। ਕਿਸੇ ਨੇ ਕੋਈ ਭੇਖ ਧਾਰਨ ਕੀਤਾ, ਕਿਸੇ ਨੇ ਕੋਈ ਭੇਖ ਧਾਰਨ ਕੀਤਾ, ਕੋਈ ਓਡਾ ਨੀਲ, ਕੋਈ ਸਫੇਦ, ਕਿਸੇ ਨੇ ਨੀਲੇ ਰੰਗ ਦੇ ਕੱਪੜੇ ਪਾ ਲਏ, ਕਿਸੇ ਨੇ ਸਫੇਦ ਰੰਗ ਦੇ ਕੱਪੜੇ ਪਾ ਲਏ ਕਿ ਸ਼ਾਇਦ ਇਹਨਾਂ ਕੱਪੜਿਆਂ ਦੇ ਨਾਲ ਸਾਨੂੰ ਰੱਬ ਮਿਲ ਜਾਏਗਾ। ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਚ ਬਹੁਤ ਥਾਵਾਂ ਤੇ ਇਸ ਗੱਲ ਦਾ ਬਚਨ ਕੀਤਾ ਕਿ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਕੱਪੜੇ ਪਾ ਕੇ ਰੱਬ ਨਹੀਂ ਮਿਲਦਾ। ਬਹੁ ਭੇਖ ਕਰ ਭਰਮਾਈਐ, ਮਨ ਹਿਰਦੈ ਕਪਟ ਕਮਾਏ, ਹਰ ਕਾ ਮਹਿਲ ਨਾ ਪਾਵਈ, ਮਰ ਵਿਸਟਾ ਮਾਹੇ ਸਮਾਏ। ਭੇਖ ਦੇ ਨਾਲ ਪ੍ਰਭੂ ਪ੍ਰਾਪਤ ਨਹੀਂ ਹੁੰਦਾ। ਜਿੰਨੇ ਮਰਜੀ ਕੋਈ ਭੇਖ ਧਾਰਨ ਕਰਦਾ ਰਹੇ, ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾਹੇ ਕਛ ਕਰੇ ਛਪਾਇਆ। ਬਾਹਰੋਂ ਧਾਰਮਿਕ ਕੱਪੜੇ ਪਾਉਣ ਦੇ ਨਾਲ ਅੰਦਰ ਜਿਹੜੀ ਵਿਕਾਰਾਂ ਦੀ ਮੈਲ ਹੈ ਉਹ ਜਾਂਦੀ ਨਹੀਂ ਹੈ। ਇਸ ਕਰਕੇ ਗੁਰਮਤ ਵਿੱਚ ਭੇਖ ਨੂੰ ਕਿਤੇ ਥਾਂ ਨਹੀਂ ਹੈ। ਇੱਥੇ ਨਿਰਮਲ ਭੇਖ, ਕਈਆਂ ਨੇ ਇਸ ਨਿਰਮਲ ਭੇਖ ਸ਼ਬਦ ਨੂੰ ਗੁਰਬਾਣੀ ਵਿੱਚੋਂ ਲੈ ਕੇ ਆਪਣੇ ਮਤ ਚਲਾ ਲਏ, ਆਪਣੀਆਂ ਸੰਪਰਦਾਵਾਂ ਚਲਾ ਲਈਆਂ। ਸਾਡਾ ਤੇ ਜੀ ਨਿਰਮਲ ਭੇਖ ਹੈ, ਅਸੀਂ ਗੁਰਬਾਣੀ ਨਾਲ ਵੱਖਰੇ ਥੋੜੇ ਹਾਂ। ਗੁਰਬਾਣੀ ਚ ਥਾਂ ਥਾਂ ਤੇ ਆਉਂਦਾ ਨਿਰਮਲ ਭੇਖ, ਨਿਰਮਲ ਸ਼ਬਦ ਬਹੁਤ ਥਾਵਾਂ ਤੇ ਆਉਂਦਾ। ਤੇ ਨਿਰਮਲ ਭੇਖ ਤੇ ਗੁਰੂ ਨਾਨਕ ਪਾਤਸ਼ਾਹ ਨੇ ਚਲਾਇਆ ਹੈ। ਤੇ ਉਹ ਤੁਕ ਦੇ ਦਿੰਦੇ ਨੇ ਭਾਈ ਗੁਰਦਾਸ ਜੀ ਦੀ ਕਿ ਨਾਨਕ ਨਿਰਮਲ ਪੰਥ ਚਲਾਇਆ। ਆ ਜਿਹੜਾ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਨੇ ਚਲਾਇਆ ਸੀ, ਸਾਡਾ ਉਹੀ ਭੇਖ ਹੈ। ਤੇ ਜੇ ਗੁਰੂ ਨਾਨਕ ਨੇ ਚਲਾਇਆ ਸੀ ਤੇ ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਆ। ਇਸ ਕਰਕੇ ਸਾਨੂੰ ਅੰਮ੍ਰਿਤ ਛਕਣ ਦੀ ਕੋਈ ਲੋੜ ਨਹੀਂ ਹੈ। ਉਹ ਅੰਮ੍ਰਿਤ ਨਹੀਂ ਛਕਦੇ, ਉਹ ਆਪਣੇ ਨਾਮ ਨਾਲ ਸਿੰਘ ਤੇ ਕੌਰ ਨਹੀਂ ਲਿਖਦੇ, ਉਹ ਆਪਣੇ ਨਾਮ ਨਾਲ ਹਰੀ ਲਿਖ ਦਿੰਦੇ ਨੇ, ਭਗਵੇਂ ਕੱਪੜੇ ਪਾ ਲੈਂਦੇ ਨੇ। ਦੇਖੋ ਜੀ, ਗੁਰੂ ਨਾਨਕ ਪਾਤਸ਼ਾਹ ਨੇ ਉਦਾਸ ਨਿਰਮਲ ਭੇਖ ਧਾਰਨ ਕੀਤਾ ਸੀ। ਉਹਨਾਂ ਨੇ ਗੁਰੂ ਨਾਨਕ ਦੇ ਨਾਂ ਤੇ ਵੱਖਰਾ ਇੱਕ ਮਤ ਚਲਾ ਦਿੱਤਾ ਨਿਰਮਲ ਭੇਖ ਦਾ, ਕਿ ਜਿਹਦੇ ਵਿੱਚ ਅੰਮ੍ਰਿਤ ਨਹੀਂ ਛਕਣਾ, ਸਿੰਘ ਤੇ ਕੌਰ ਨਹੀਂ ਲਿਖਣਾ, ਕੱਪੜੇ ਵੀ ਭਗਵੇਂ ਪਾਣੇ ਹੈਗੇ ਨੇ, ਵਿਆਹ ਵੀ ਨਹੀਂ ਕਰਾਉਣਾ, ਉਹਨਾਂ ਵਿੱਚ ਵਿਆਹ ਕਰਾਉਣਾ ਵੀ ਨਹੀਂ ਹੈ ਨਿਰਮਲ ਭੇਖ ਦੇ ਵਿੱਚ। ਤੇ ਕੁਝ ਇੱਕ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਵੀ ਇਹਨੂੰ ਜੋੜ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਨਿਰਮਲ ਭੇਖ ਚਲਾਇਆ ਹੈ ਜਦੋਂ 5 ਸਿੱਖਾਂ ਨੂੰ ਭੇਜਿਆ ਸੀ ਕਿ ਜਾ ਕੇ ਤੁਸੀਂ ਹਰਿਦੁਆਰ, ਕਾਸ਼ੀ, ਬਨਾਰਸ ਜਾ ਕੇ ਤੁਸੀਂ ਸੰਸਕ੍ਰਿਤ ਸਿੱਖ ਕੇ ਆਓ ਤਾਂ ਕਿ ਸਿੱਖਾਂ ਨੂੰ ਸਿਖਾਈਏ। ਬੜੀ ਅਜੀਬ ਗੱਲ ਹੈ ਇਹ ਕਿ 5 ਸਿੱਖ ਭੇਜੇ ਜਾ ਰਹੇ ਨੇ ਸੰਸਕ੍ਰਿਤ ਸਿਖਾਉਣ ਵਾਸਤੇ, ਤੇ ਉਹ ਵੀ ਧੋਖੇ ਦੇ ਨਾਲ। ਸਿੱਖ ਬਣ ਕੇ ਜਾਓਗੇ ਤੇ ਕੋਈ ਸਿਖਾਏਗਾ ਨਹੀਂ, ਤੁਸੀਂ ਉਹਨਾਂ ਵਰਗੇ ਹੋ ਜਾਓ, ਭਗਵੇਂ ਕੱਪੜੇ ਪਾ ਕੇ ਜਾਓ, ਇਹ ਤੇ ਧੋਖੇਬਾਜ਼ੀ ਹੋਈ ਨਾ। ਉਹਨਾਂ ਵਰਗੇ ਕੱਪੜੇ ਪਾ ਕੇ ਜਾਓ, ਪਤਾ ਨਾ ਲੱਗੇ ਵੀ ਸਿੱਖ ਨੇ ਇਹ, ਝੂਠ ਬੋਲ ਕੇ ਕਿ ਅਸੀਂ ਤੁਹਾਡੇ ਹੀ ਆ, ਸੰਸਕ੍ਰਿਤ ਸਿੱਖ ਕੇ ਆਓ। ਫਿਰ ਉਹ ਜੀ ਸੰਸਕ੍ਰਿਤ ਜਦੋਂ ਸਿੱਖ ਕੇ ਆਏ ਤੇ ਗੁਰੂ ਸਾਹਿਬ ਆਖਦੇ ਨੇ ਤੁਸੀਂ ਬਹੁਤ ਸੋਹਣੇ ਲੱਗਦੇ ਹੋ, ਸਾਡਾ ਇੱਕ ਨਿਰਮਲ ਪੰਥ ਵੀ ਹੋਇਆ ਕਰੇਗਾ ਤੁਹਾਡੇ ਵਾਂਗੂ, ਤੁਹਾਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ ਹੈ, ਤੁਹਾਨੂੰ ਸਿੰਘ ਕੌਰ ਨਾਂ ਰੱਖਣ ਦੀ ਲੋੜ ਨਹੀਂ ਹੈ। ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ 5 ਸਿੱਖ ਕਾਸ਼ੀ, ਬਨਾਰਸ ਸੰਸਕ੍ਰਿਤ ਸਿੱਖਣ ਤੋਂ ਪਹਿਲਾਂ ਕਿ ਗੁਰੂ ਨਾਨਕ ਦੇ ਘਰ ਸੰਸਕ੍ਰਿਤ ਨਹੀਂ ਸੀ? ਗੁਰੂ ਨਾਨਕ ਪਾਤਸ਼ਾਹ ਤੇ ਆਪ ਸੰਸਕ੍ਰਿਤ ਪੜ੍ਹਦੇ ਸਨ, ਬੋਲਦੇ ਸਨ, ਲਿਖਦੇ ਸਨ। ਗੁਰੂ ਨਾਨਕ ਪਾਤਸ਼ਾਹ ਦੀ ਸੰਸਕ੍ਰਿਤ ਵਿੱਚ ਬਾਣੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸੰਸਕ੍ਰਿਤ ਬੇਅੰਤ ਸ਼ਲੋਕ ਨੇ। ਇਹਦੇ ਤੋਂ ਇਲਾਵਾ ਗੁਰਬਾਣੀ ਚ ਸੰਸਕ੍ਰਿਤ ਦੇ ਵਿੱਚ ਨਾਲ ਸੰਬੰਧਿਤ ਅਨੇਕਾਂ ਸ਼ਬਦ ਹਨ। ਉਹ ਗੁਰੂ ਨਾਨਕ ਦੇ ਘਰ ਤੇ ਸੰਸਕ੍ਰਿਤ ਸਿੱਖ ਪੜ੍ਹਦੇ ਹਨ, ਗੁਰੂ ਸਾਹਿਬ ਬੋਲਦੇ ਹਨ, ਬਾਣੀ ਰਚੀ ਹੋਈ ਹੈ। ਫਿਰ ਵਿਸ਼ੇਸ਼ ਤੌਰ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੇਲੇ ਸਿੱਖਣ ਦੀ ਕੀ ਲੋੜ? ਹੁਣ ਨਿਰਮਲ ਭੇਖ, ਨਿਰਮਲ ਸ਼ਬਦ ਨੂੰ ਗੁਰਬਾਣੀ ਵਿੱਚੋਂ ਲੈ ਕੇ ਉਹਨਾਂ ਲੋਕਾਂ ਨੇ ਆਪਣੇ ਮਤ ਚਲਾ ਲਏ। ਪਰ ਇੱਥੇ ਨਿਰਮਲ ਭੇਖ ਦਾ ਮਤਲਬ ਕੀ ਹੈ, ਇਸ ਗੱਲ ਨੂੰ ਅਸੀਂ ਥੋੜਾ ਸਮਝਣਾ ਹੈ। ਗੁਰਮਤ ਦੇ ਵਿੱਚ ਭੇਖ ਨੂੰ ਕੋਈ ਥਾਂ ਨਹੀਂ, ਨਾ ਨੀਲੇ ਚਿੱਟੇ ਕੱਪੜੇ, ਨਾ ਕਾਲੇ ਪੀਲੇ ਕੱਪੜੇ, ਕਿਸੇ ਕਿਸਮ ਦੇ ਰੰਗ ਦੇ ਕੱਪੜਿਆਂ ਦੀ ਕੋਈ ਥਾਂ ਨਹੀਂ ਕਿ ਆਹ ਵਿਸ਼ੇਸ਼ ਕੱਪੜੇ ਜਿਹੜੇ ਸਿੱਖਾਂ ਦਾ ਰੰਗ ਹੈ, ਇਸ ਤਰ੍ਹਾਂ ਨਹੀਂ ਹੈ। ਕੁਝ ਇੱਕ ਮਤਾਂ ਨੇ ਰੰਗ ਵੀ ਵੱਖਰੇ ਮੰਨ ਲਏ। ਦੇਖੋ ਜੀ, ਸਿੱਖਾਂ ਦੇ ਤੇ ਜੀ 4 ਹੀ ਰੰਗ ਨੇ, ਫਿਰ ਬਾਕੀ ਰੰਗ ਦੇ ਦਿਓ ਗੁਆਂਢੀਆਂ ਨੂੰ। ਰੰਗਾਂ ਦਾ ਵੀ ਮਸਲਾ ਹੈ, ਰੰਗ ਵੀ ਧਰਮੀ ਹੁੰਦੇ ਨੇ ਵੀ ਆਹ ਰੰਗ ਸਿੱਖ ਹੈ, ਆਹ ਰੰਗ ਹਿੰਦੂ ਹੈ। ਰੰਗਾਂ ਨੂੰ ਤੇ ਪਤਾ ਹੀ ਨਹੀਂ ਹੋਏਗਾ ਵੀ ਅਸੀਂ ਮੁਸਲਮਾਨ ਹਾਂ ਤੇ ਅਸੀਂ ਸਿੱਖ ਹਾਂ, ਅਸੀਂ ਹਿੰਦੂ ਹਾਂ।
ਧਰਮ ਦੇ ਨਾਂ ਤੇ ਥਾਵਾਂ ਤੇ ਵੰਡੀਆਂ ਹੀ ਸੀ। ਧਰਮ ਦੇ ਨਾਂ ਦੇ ਉੱਪਰ ਪਸ਼ੂ ਤੇ ਵੰਡੇ ਸਨ, ਧਰਮ ਦੇ ਨਾਂ ਤੇ ਪੰਛੀ ਵੰਡੇ ਸਨ, ਧਰਮ ਦੇ ਨਾਂ ਤੇ ਰੁੱਖ ਵੰਡ ਲਏ ਗਏ ਸਨ, ਧਰਮ ਦੇ ਨਾਂ ਤੇ ਰੰਗ ਵੀ ਵੰਡ ਲਏ ਗਏ, ਮਨੁੱਖਤਾ ਦੇ ਟੁਕੜੇ ਕਰ ਦਿੱਤੇ ਗਏ। ਸਿੱਖੀ ਵਿੱਚ ਰੰਗ ਨੂੰ ਕੋਈ ਥਾਂ ਨਹੀਂ। ਇਸ ਰੰਗ ਦਾ ਕੱਪੜਾ ਜਿਹੜਾ ਉਹ ਪਾਵੇ ਤੇ ਬੰਦਾ ਤਾਂ ਸਿੱਖ ਬਣੇਗਾ। ਪਰ ਨਿਰਮਲ ਭੇਖ ਇੱਕ ਵੱਖਰਾ ਰੰਗ ਜਿਹੜਾ ਕਲਪ ਲਿਆ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਿੱਖੀ ਚ ਭੇਖ ਨੂੰ ਥਾਂ ਨਹੀਂ ਹੈ। ਨਿਰਮਲ ਭੇਖ ਅਪਾਰ, ਅਪਾਰ ਦਾ ਜਿਹੜਾ ਭੇਖ ਹੈ ਨਾ ਉਹ ਨਿਰਮਲ ਹੋਣਾ ਚਾਹੀਦਾ। ਗੁਰੂ ਅਰਜਨ ਦੇਵ ਪਾਤਸ਼ਾਹ ਦਾ ਜਿਹੜਾ ਭੇਖ ਹੈ ਉਹ ਨਿਰਮਲ ਹੈ। ਨਿਰਮਲ ਮੈਨੇ ਜਿੱਥੇ ਮੈਲ ਨਹੀਂ ਹੈ, ਉਹ ਵਾਲਾ ਲਿਬਾਸ ਹੈ, ਉਹ ਵਾਲਾ ਭੇਖ ਹੈ। ਉਹ ਵਾਲਾ ਭੇਖ ਜਿੱਥੇ ਮੈਲ ਨਹੀਂ ਵਿਕਾਰਾਂ ਦੀ, ਜਿੱਥੇ ਗੁਣ ਹੀ ਗੁਣ ਨੇ। ਭਗਤ ਫਰੀਦ ਜੀ ਨੇ ਵੀ ਇਸ ਭੇਖ ਦਾ ਜ਼ਿਕਰ ਕੀਤਾ ਕਿ ਭੇਖ ਕਿਹੜਾ ਹੋਵੇ ਜੇ ਰੱਬ ਨੂੰ ਖੁਸ਼ ਕਰਨਾ ਹੈ, ਉਹ ਭੇਖ ਹੋਵੇ ਗੁਣਾਂ ਦਾ, ਜਿੱਥੇ ਕੋਈ ਵਿਕਾਰਾਂ ਦੀ ਮੈਲ ਨਾ ਹੋਵੇ। ਨਿਮਣ ਸੋ ਅੱਖਰ ਖਮਣ ਗੁਣ, ਜੇਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਾਸਾ ਵੀ ਕੰਤ। ਉੱਥੇ ਨਿਮਰਤਾ ਦੀ ਗੱਲ ਕੀਤੀ ਗਈ, ਖਿਮਾ ਦੀ ਗੱਲ ਕੀਤੀ ਗਈ, ਮਿੱਠੀ ਜ਼ੁਬਾਨ ਦੀ ਗੱਲ ਕੀਤੀ ਗਈ। ਆਹ ਗੁਣਾਂ ਨੂੰ ਧਾਰਨ ਕਰ ਲਓ, ਵਿਕਾਰਾਂ ਨੂੰ ਛੱਡ ਦਿਓ। ਜਿੱਥੇ ਵਿਕਾਰਾਂ ਦੀ ਮੈਲ ਨਹੀਂ, ਗੁਣ ਆ ਜਾਂਦੇ ਨੇ, ਉਹ ਹੈ ਨਿਰਮਲ ਭੇਖ। ਜਿੱਥੇ ਮੈਲ ਨਹੀਂ ਹੈ ਵਿਕਾਰਾਂ ਦੀ, ਬਾਹਰੀ ਭੇਖ ਵਿੱਚ ਦੀ ਗੁਰਮਤ ਵਿੱਚ ਕੋਈ ਥਾਂ ਨਹੀਂ ਹੈ। ਨਿਰਮਲ ਭੇਖ ਮੈਨੇ ਉਹ ਵਾਲਾ ਲਿਬਾਸ, ਉਹ ਵਾਲਾ ਕੱਪੜਾ, ਉਹ ਵਾਲਾ ਪਹਿਰਾਵਾ ਜਿਸ ਪਹਿਰਾਵੇ ਵਿੱਚ ਵਿਕਾਰ ਨਹੀਂ ਹਨ, ਮੈਲ ਨਹੀਂ ਹੈ। ਮੈਲ ਤੋਂ ਰਹਿਤ ਹੋ ਜਾਣਾ ਨਿਰਮਲ ਭੇਖ ਹੈ। ਨਿਰਮਲ ਭੇਖ ਅਪਾਰ, ਤਾਸ ਬਿਨ ਅਵਰ ਨਾ ਕੋਈ। ਭਾਵ ਅਪਾਰ ਪ੍ਰਭੂ ਦਾ ਜਿਹੜਾ ਭੇਖ ਹੈ ਨਾ ਨਿਰਮਲ, ਕਿਉਂਕਿ ਪ੍ਰਭੂ ਮੈਲ ਤੋਂ ਰਹਿਤ ਹੈ। ਉਹੀ ਭੇਖ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਧਾਰਨ ਕਰ ਲਿਆ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਮੈਲ ਤੋਂ ਰਹਿਤ ਹੋ ਗਏ, ਭੇਖਾਂ ਤੋਂ ਵੱਖਰੇ ਹੋ ਗਏ। ਇਸੇ ਤਰ੍ਹਾਂ ਹੀ ਇੱਕ ਭੇਖ ਦਾ ਅਰਥ ਹੁੰਦਾ ਸੰਪਰਦਾ, ਪੰਥ, ਮਜ਼ਹਬ, ਵੱਖੋ ਵੱਖਰੇ ਰਸਤੇ। ਗੁਰੂ ਨਾਨਕ ਸਾਹਿਬ ਜੀ ਨੇ ਇਹ ਲਫ਼ਜ਼ ਜੋ ਅਸੀਂ ਪੜ੍ਹਦੇ ਹਾਂ, ਉਹਨਾਂ ਨੇ ਪੰਥ ਸ਼ਬਦ ਵਰਤਿਆ। ਉਹਦਾ ਮਤਲਬ ਹੀ ਜਦੋਂ ਅਸੀਂ ਕਹਿੰਦੇ ਹਾਂ ਮੰਨੈ ਮਗ ਨਾ ਚੱਲੈ ਪੰਥ, ਹਾਲਾਂਕਿ ਪ੍ਰਿੰਟਡ ਪੀੜਾਂ ਵਿੱਚ ਮੱਗ ਦੇ ਗੱਗੇ ਨੂੰ ਔਂਕੜ ਲੱਗੀ ਹੋਈ ਹੈ ਤੇ ਪੰਥ ਦੇ ਥੱਥੇ ਨੂੰ ਵੀ ਔਂਕੜ ਲੱਗੀ ਹੋਈ ਹੈ। ਹੱਥ ਲਿਖਤ ਪੀੜਾਂ ਦੇ ਵਿੱਚ ਇਹ ਔਂਕੜ ਨਹੀਂ ਮਿਲਦੀ। ਮੱਗ ਦੇ ਗੱਗੇ ਨੂੰ ਵੀ ਔਂਕੜ ਨਹੀਂ ਮਿਲਦੀ, ਪੰਥ ਦੇ ਥੱਥੇ ਨੂੰ ਵੀ ਔਂਕੜ ਨਹੀਂ ਮਿਲਦੀ। ਇਹ ਦੋਨੋਂ ਬਹੁਵਚਨ ਨੇ। ਮੰਨੈ ਮੈਨੇ ਮੰਨਣ ਨਾਲ, ਜੇ ਕੋਈ ਮੰਨ ਲਵੇ ਗੁਰੂ ਦੇ ਹੁਕਮਾਂ ਨੂੰ, ਰੱਬੀ ਨਿਯਮਾਂ ਦੇ ਦਾਇਰੇ ਵਿੱਚ ਜਦੋਂ ਕੋਈ ਆ ਜਾਂਦਾ ਹੈ, ਮੱਗ ਨਾ ਚੱਲੈ ਪੰਥ। ਇੱਥੇ ਮੱਗ ਮੈਨੇ ਰਸਤੇ ਬਹੁਵਚਨ, ਪੰਥ ਮੈਨੇ ਭੇਖ, ਸੰਪਰਦਾਵਾਂ। ਉਹ ਫਿਰ ਗੁਰੂ ਦੇ ਹੁਕਮਾਂ ਅਨੁਸਾਰ ਜ਼ਿੰਦਗੀ ਨੂੰ ਜਿਉਣ ਵਾਲਾ ਵੱਖੋ ਵੱਖਰੇ ਸੰਪਰਦਾਵਾਂ ਦੇ ਰਸਤਿਆਂ ਤੇ ਨਹੀਂ ਤੁਰਦਾ। ਉਹ ਮਜ਼ਹਬਾਂ ਭੇਖਾਂ ਦੇ ਚੱਕਰਾਂ 'ਚ ਨਹੀਂ ਪੈਂਦਾ, ਉਹ ਸੰਪਰਦਾਵਾਂ ਦੇ ਚੱਕਰਾਂ 'ਚ ਨਹੀਂ ਪੈਂਦਾ। ਕਿੰਨੇ ਧਰਤੀ ਤੇ ਭੇਖ ਨੇ, ਕਿੰਨੀਆਂ ਸੰਪਰਦਾਵਾਂ ਨੇ, ਕਿੰਨੇ ਮਜ਼ਹਬ ਬਣੇ ਹੋਏ ਨੇ, ਜਿੰਨੇ ਭਾਰਤ ਵਿੱਚ ਨੇ ਦੁਨੀਆ ਵਿੱਚ ਕਿਤੇ ਵੀ ਨਹੀਂ। ਪਰ ਸ਼ਾਂਤੀ ਤੇ ਫਿਰ ਵੀ ਕਿਤੇ ਨਹੀਂ ਦਿਸਦੀ। ਸਮਾਧੀ ਲੱਗੀ ਹੋਈ ਹੈ, ਘੰਟਾ 2 ਘੰਟੇ, ਉੱਠਦਿਆਂ ਸਾਰ ਦੁਕਾਨ ਤੇ ਗਿਆ ਬੰਦਾ, ਜਾ ਕੇ ਗਾਹਕਾਂ ਦੀ ਛਿੱਲ ਲਾਣੀ ਸ਼ੁਰੂ ਕਰ ਦਿੱਤੀ। ਕਿੱਥੇ ਗਈ ਸਮਾਧੀ, ਕਿੱਥੇ ਗਿਆ ਉਹ ਭੇਖ? ਘਰ ਵਿੱਚ ਵੀ ਗਾਲਾਂ ਕੱਢਦਾ ਹੈ, ਬਾਹਰ ਵੀ ਨਿੰਦਿਆ ਚੁਗਲੀ ਕਰੀ ਜਾਂਦਾ ਹੈ, ਕਿੱਥੇ ਗਿਆ ਉਹ ਭੇਖ? ਸਿੱਖ ਦਾ ਸੰਬੰਧ ਭੇਖ ਨਾਲ ਨਹੀਂ ਹੈ, ਪੰਥ ਨਾਲ ਨਹੀਂ ਹੈ, ਧਰਮ ਦੇ ਨਾਲ ਸੰਬੰਧ ਹੈ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਉਹਦਾ ਸੰਬੰਧ ਧਰਮ ਦੇ ਨਾਲ ਹੈ ਤੇ ਧਰਮ ਇੱਕੋ ਹੀ ਹੁੰਦਾ ਹੈ। ਧਰਮ ਬਹੁਤੇ ਨਹੀਂ ਹੁੰਦੇ, ਏਕੋ ਧਰਮ ਦ੍ਰਿੜੈ ਸੱਚ ਕੋਈ। ਕੋਈ ਸੱਚ ਨੂੰ ਜ਼ਿੰਦਗੀ 'ਚ ਦ੍ਰਿੜ ਕਰ ਲਵੇ, ਇਹੀ ਇੱਕ ਧਰਮ ਹੈ। ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰੀਆਂ ਕਰੇ, ਇਹੀ ਇੱਕ ਧਰਮ ਹੈ। ਉਹਦੇ ਬੋਲਾਂ ਵਿੱਚ ਸੱਚ ਹੈ, ਉਹਦੀ ਸੋਚ ਵਿੱਚ ਸੱਚ ਹੈ, ਉਹਦੇ ਕਰਮਾਂ ਵਿੱਚ ਸੱਚ ਹੈ। ਉਹ ਹੈ ਧਰਮ ਨਾਲ ਜੁੜਿਆ ਹੋਇਆ ਮਨੁੱਖ, ਜਿਹੜਾ ਅੰਦਰੋਂ ਬਾਹਰੋਂ ਇੱਕ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਈ। ਨਾਨਕ ਕੇ ਲੱਛਣ ਬ੍ਰਹਮ ਗਿਆਨੀ ਹੋਏ। ਮਨ ਵਿੱਚ ਵੀ ਸੱਚ ਹੈ, ਬਾਹਰ ਵੀ ਸੱਚ ਹੈ। ਆਇਆ ਧਰਮ। ਤੇ ਇਸ ਧਰਮ ਨਾਲ, ਸੱਚ ਧਰਮ ਨਾਲ ਜੁੜਨ ਵਾਸਤੇ ਕਿਸੇ ਨੂੰ ਕਾਲੇ ਪੀਲੇ ਕੱਪੜੇ ਨਹੀਂ ਪਾਣੇ ਪੈਂਦੇ। ਇਹ ਨਹੀਂ ਚਿੱਟੇ ਕੱਪੜੇ ਪਾਣੇ ਪੈਣਗੇ ਤਾਂ ਸੱਚ ਆਏਗਾ, ਨੀਲੇ ਕੱਪੜੇ ਪਾਵਾਂਗੇ ਤਾਂ ਸੱਚ ਆਏਗਾ। ਕਿ ਮੇਰੇ ਵਰਗਾ ਕੋਈ ਕੁੜਤਾ ਪਜਾਮਾ ਪਾਏਗਾ ਤਾਂ ਹੀ ਉਹ ਧਰਮੀ ਹੋਏਗਾ, ਕਿਤੇ ਵੀ ਨਹੀਂ ਹੈ। ਤੁਸੀਂ ਪੈਂਟ ਸ਼ਰਟ ਪਾਈ ਹੈ, ਤੁਸੀਂ ਵੀ ਧਰਮੀ ਹੋ ਸਕਦੇ ਹੋ। ਕਰਨਾ ਕੀ ਹੈ? ਸੱਚ ਨਾਲ ਜੁੜਨਾ। ਤੁਸੀਂ ਸੱਚ ਨਾਲ ਜੁੜ ਕੇ ਤੁਸੀਂ ਪੈਂਟ ਸ਼ਰਟ ਵਿੱਚ ਵੀ ਧਰਮੀ ਹੋ ਸਕਦੇ ਹੋ। ਸੱਚ ਨਾਲ ਜੁੜ ਕੇ ਤੁਸੀਂ ਧੋਤੀ ਲਾ ਕੇ, ਚਾਦਰਾ ਲਾ ਕੇ ਵੀ ਧਰਮੀ ਹੋ ਸਕਦੇ ਹੋ। ਸੱਚ ਦੇ ਨਾਲ ਜੁੜ ਕੇ ਤੁਸੀਂ ਸਲਵਾਰ ਕਮੀਜ਼ ਪਾ ਕੇ ਧਰਮੀ ਹੋ ਸਕਦੇ ਹੋ। ਗੱਲ ਕੱਪੜਿਆਂ ਦੀ ਨਹੀਂ ਹੈ, ਗੱਲ ਤੇ ਸੱਚ ਦੀ ਹੈ।
सच बोलने वास्ते कोई कुर्ता पजामा थोड़े पाना पैंदा है, पैंट शर्ट पा के भी सच बोलिया जाता है, सच ही बोलना है। इस करके धर्म इको ही है, सच एको धर्म दृढ़ सच कोई, गुरमत पूरा जुग जुग सोई। जो कोई सच नूं दृढ़ कर लैंदा है, सच नूं आधार बना के जिंदगी दा मनुखे फर्जां नूं जिहड़ा पूरा करदा है, वो धर्मी है। ते ये धर्म जिहड़ा हर थां ते हर पहरावे दे विच हो सकता है, हर पहरावे दे विच। कोई खेतीबाड़ी करदा है, खेतीबाड़ी करदे भी सच बोल सकता है। हुण सच बोलने लई खेतीबाड़ी करनी थोड़ी छड्डनी पेगी, सच बोलने वास्ते दुकानदारी थोड़ी छड्डनी पेगी। बोलना तो सच है, सच बोलने वास्ते परिवार थोड़े छड्डना पेगा। जोगियां ने कुछ किया, निर्मल भेख धारण करने वाले ने घर बार छड्ड दिता, परिवार छड्ड दिता, दुकानदारी छड्ड दित्ती, काम कर छड्ड के तुर पे जी असीं ते निर्मल भेख धारण कर लिया। निर्मल भेख धारण करने वास्ते ना दुकानदारी छड्डनी पैंदी, ना बिजनेस छड्डना पैंदा, जॉब नहीं छड्डनी पैंदी। प्रेम बोलन करन वास्ते सानू किसी विशेष रंग के कपड़े थोड़े पाने पैणगे। प्रेम करने वास्ते दुकान थोड़ी छड्डनी पेगी, प्रेम करने वास्ते घर थोड़े छड्डना पेगा, बुजुर्ग मापे थोड़े छड्डने पैणगे। प्रेम तो किते भी किया जा सकता है। सच बोलना, प्रेम करना, संतोखी रहना, इसे दा नाम भगती है। बिन गुण कीते भगत ना होए, गुणा नूं धारण कीते बिना भगती नहीं। सब गुण तेरे मैं नाही कोई, बिन गुण कीते भगत ना होए, बिना गुणा नूं धारण कीतियां भगती नहीं है। असल च गुणा नूं धारण करना भगती है। गुणा दा पहरावा पाना, गुणा दा वेस करना। निमन सो अखर खमन गुण, जिहबा मणिया मंत, ये त्रै भैणे वेस कर, तावा सावी कंत। ये गुणा दा वेस है, जिस वेस विच मैल नहीं है विकारां दी। इहनूं कहंदे ने निर्मल भेख। अपार दा, उस अपार दा निर्मल भेख गुरु अर्जन देव पातशाह ने धारण कर लिया, रब दा भेख बना लिया। रब दा भेख की है? रब सच है। गुरु अर्जन देव पातशाह सच दा रूप हो गए। रब करता है, गुरु अर्जन देव पातशाह करता हो गए। रब निरभौ है, निर्वैर है, गुरु अर्जन देव पातशाह निरभौ निर्वैर हो गए। रब कृपालु है, गुरु अर्जन देव पातशाह कृपालु हो गए। गुरु अर्जन देव पातशाह जी ने अपार दा भेख धारण कर लिया। जिस अपार दा भेख निर्मल है, मैल नहीं ओनू कोई भी, मलै ना लछ है। पार मलो पर मलियो बैठो नहीं आई। हुण मैल दा लक्षण भी नहीं है, मैल तो परे है। वो जिन्हों असीं कह दईए ने कलंक, जिन्हों कलंक कोई नहीं है। ਅਸੀਂ ਤੇ ਲੱਭਦੇ ਨਾ ਵੀ ਆਉਣ ਵਾਲੇ ਸਮੇਂ ਕੋਈ ਨੇਕ ਕਲੰਕ ਅਵਤਾਰ ਆਏਗਾ। ਸਾਡੇ ਕੋਲ ਧੰਨ ਗੁਰੂ ਗ੍ਰੰਥ ਸਾਹਿਬ ਜੀ, ਉਹਨਾਂ ਨੂੰ ਕੋਈ ਕਲੰਕ ਲੱਗਿਆ ਹੋਇਆ? ਸਾਡੇ ਕੋਲ ਤੇ ਨੇਕ ਕਲੰਕ ਹੈ। ਬਾਣੀ ਨੂੰ ਕੋਈ ਕਲੰਕ ਹੈ, ਗੁਰੂ ਨੂੰ ਕੋਈ ਕਲੰਕ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨਿਰਮਲ ਹਨ, ਕੋਈ ਕਲੰਕ ਨਹੀਂ। ਅਸੀਂ ਤੇ ਨੇਕ ਕਲੰਕ ਨਾਲ ਜੁੜੇ ਹੋਏ ਹਾਂ, ਹੋਰ ਕਿਹੜੇ ਨੇਕ ਕਲੰਕ ਦੀ ਅਸੀਂ ਉਡੀਕ ਕਰ ਰਹੇ ਹਾਂ? ਜੇ ਕੋਈ ਮਨੁੱਖ ਆਏਗਾ ਨਾ ਨੇਕ ਕਲੰਕ ਬਣ ਕੇ, ਉਹ ਨੇਕ ਕਲੰਕ ਨਹੀਂ ਹੋ ਸਕਦਾ, ਕਿਉਂਕਿ ਜਿਹਦਾ ਜਨਮ ਹੋਇਆ ਉਹਨੂੰ ਮੌਤ ਦਾ ਕਲੰਕ ਲੱਗਿਆ ਹੀ ਲੱਗਿਆ ਹੈ। ਤੇ ਮਨੁੱਖ ਵੈਸੇ ਵੀ ਨੇਕ ਕਲੰਕੀ ਨਹੀਂ ਹੋ ਸਕਦਾ, ਕਦੇ ਵੀ ਨਹੀਂ ਹੋ ਸਕਦਾ। ਅਜਮਾ ਕੇ ਦੇਖ ਲਓ, ਇੱਕ ਬੱਚੀ ਜਿਹੜੀ ਚਾਹਨ ਹੋਵੇ ਮੈਂ ਬਾਣੀ ਨੂੰ ਪੜਾਂ, ਬਾਣੀ ਨੂੰ ਸਿੱਖਾਂ, ਤੇ ਇੱਕ ਬੜਾ ਵੱਡਾ ਧਰਮੀ ਹੋਵੇ, ਬ੍ਰਹਮ ਗਿਆਨੀ, ਆਪਣੇ ਆਪ ਨੂੰ ਕਹਾਣ ਵਾਲਾ ਹੋਵੇ, ਸੰਤ ਕਹਾਣ ਵਾਲਾ ਹੋਵੇ, ਚੰਗੇ ਗੁਣਾਂ ਨਾਲ ਭਰਿਆ ਹੋਇਆ ਹੋਵੇ, ਤੇ ਨੌਜਵਾਨ ਬੱਚੀ ਰਾਤ ਨੂੰ ਉਹਦੇ ਕਮਰੇ 'ਚ ਚਲੀ ਜਾਏ, ਮੈਂ ਬਾਣੀ ਸਿੱਖਣ ਚੱਲੀ ਹਾਂ, ਸਾਰੀ ਰਾਤ ਉਹਦੇ ਕਮਰੇ 'ਚ ਬੈਠ ਕੇ ਉਹਦੇ ਕੋਲੋਂ ਬਾਣੀ ਸਿੱਖਦੀ ਰਵੇ। ਸਵੇਰੇ ਉੱਠ ਕੇ ਜਦੋਂ ਕਮਰੇ ਚੋਂ ਬਾਹਰ ਨਿਕਲੇਗੀ, ਲੋਕਾਂ ਉਂਗਲਾਂ ਚੁੱਕੀ ਦੇਣੀਆਂ ਨੇ, ਲੋਕਾਂ ਨੇ ਬਦਨਾਮੀ ਕਰ ਹੀ ਦੇਣੀ ਹੈ। ਕਿਉਂ? ਕਿਉਂਕਿ ਮਨੁੱਖ ਨੇ ਕਲੰਕ ਨਹੀਂ ਹੈ, ਇਹਨੂੰ ਕਲੰਕ ਲੱਗੇ ਹੀ ਹੋਇਆ ਹੈ। ਦੂਜੇ ਪਾਸੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਸ ਕਮਰੇ 'ਚ ਪ੍ਰਕਾਸ਼ ਹੋਣ, ਨੌਜਵਾਨ ਬੱਚੀ ਉਸ ਕਮਰੇ 'ਚ ਚਲੀ ਜਾਏ, ਸਾਰੀ ਰਾਤ ਭਾਵੇਂ ਸੁੱਤੀ ਕਿਉਂ ਨਾ ਰਵੇ, ਸਵੇਰੇ ਉੱਠ ਕੇ ਬਾਹਰ ਆਏ, ਲੋਕ ਉਸ ਬੱਚੀ ਨੂੰ ਵੀ ਹੱਥ ਜੋੜ ਲੈਂਦੇ ਨੇ, ਸਾਰੀ ਰਾਤ ਬਾਣੀ ਪੜ੍ਹ ਕੇ ਆਈ ਹੈ, ਕਿਉਂਕਿ ਗੁਰੂ ਨੂੰ ਕਲੰਕ ਕੋਈ ਨਹੀਂ। जिथे कोई कलंक नहीं, मैल नहीं, निर्मल, कलंक तो रहत, निर्मल भेख अपार, गुरु अर्जन देव पातशाह दा ओ वेस है रब दा। जिस रब दा वेस निर्मल है, निर्मल भेख अपार, तास बिन अवर ना कोई। जिस प्रभु, जिस गुरु अर्जन देव पातशाह वर्गा होर कोई नहीं है। मन बच जिन जानियो, भयो ते समसर सोई। ओ गुरु अर्जन देव पातशाह, जिस मनुख ने भी मन बच जिन जानियो, जिस मनुख ने मन करके बचना करके प्रभु नूं जान लिया है, भयो तैं संसर सोई। ये नहीं
कि गुरु अर्जन देव पातशाह निर्मल ने हुण कोई नहीं हो सकता। भट्ट मथुरा जी आखदे ने कोई भी रब वर्गा बन सकता है। गल ते उहनूं जानन दी है। मन बच मन करके बचना करके जिन जाणियो, जिन्हें प्रभु नूं जाणिया है। इत्थे जिन दे नन्ने नूं सिहारी है, इहदा मतलब एक वचन दे इहदे अर्थ बनणगे जिसने। मन करके बचना करके करके होण करके मन ते बच दे आखिरी अखर नूं औंकड़ नहीं है। मन करके ते बचना करके जिन जाणियो, जिन्हें मन करके ते बचना करके रब नूं जाण लिया। भाव जिहदी मन की सोच विच भी प्रभु टिकिया होया, वो बुरा सोचदा ही नहीं। जिहदी मानसिकता विच रब आके वस गया, ते बचन जिहदे बोलां च भी रब वस गया। जदों बोलदा रब दे बोल बोलदा, जदों सोचदा सारिਆਂ च रब देख के सोचदा, सारिਆਂ च रब बैठा है। जदों बोलदा सारिਆਂ विचों रब देख के बोलदा, मैं रब नाल गल कर रहा वां। मन करके सारिਆਂ विच वसदा रब जिन्हें जान लिया, बचना करके सारिਆਂ विच वसदा जिन्हें रब नूं जान लिया। मन बच जिन जाणियो भयो तह समसर सोई। तह मैंने उस प्रभु वर्गा समसर, उस प्रभु वर्गा वो मनुख भी हो जाता है। कोई भी रब बन सकता है, कोई भी रब दे विच समा सकता है। गुरु अर्जन देव पातशाह दे विच रब दे गुण हन। गुरु अर्जन देव पातशाह रब दा रूप हो गए, उस रब दा रूप जिहदे वर्गा कोई नहीं। जिस मनुख ने मन करके बचना करके सारिਆਂ विच वसदा रब जान लिया, वो भी प्रभु दा रूप हो गया। मन बच जिन जाणियो भयो तह समसर सोई। वो मनुख भी हरि वर्गा ही हो गया है। समसर मैंने वर्गा, इस संबंधक होने करके आखिरी अखर सिहारी दे नाल आ गया। बराबर शब्द भी जे आएगा रारे नूं सिहारी दे नाल आएगा, जेड़ भी आएगा, जां जदों असीं तुल शब्द पढ़दे हां तुल भी आएगा, लले नूं सिहारी नाल आएगा, क्योंकि संबंधक है। संबंधक दा आखिरी अखर पंजाबी दे विच मुक्ता होवे ते गुरबाणी विच उहदे नाल सिहारी लग जांदी है। वो सिहारी जिहड़ी संबंधक दी पछाण हो जाती है। ते गुरबाणी विच जदों उस संबंधक दे आखिरी अखर दी सिहारी ना होवे, औंकड़ होवे जां मुक्ता होवे, उदों वो एक वचन नाउं ते बहुवचन नाउं बन जांदा है, जां उहदे अगे संबंधक लग्या होएगा। जिहड़ा संबंधक गुरबाणी विच आऊगा, प्रपोजिशन आएगी, आखिरी अखर सिहारी नाल आएगी। जिवें अंतर बाहर, अंदर बाहर, भीतर मझार, तुल साथ, बराबर, समसर, ये सारे सिहारी नाल मिलणगे। भयो ते समसर सोई, वो उस प्रभु वर्गा हो गया। तरन गगन नव खंड में जोत स्वरूपी रहे पर। प्रोफेसर साहब सिंह जी ने भावें इत्थे अर्थ कीते ने, जिस मनुख ने मन बचना करके हरि नूं पछाता, हरि वर्गा हो गया। ये अर्थ भी बिल्कुल ठीक ने। नाल ये भी कर सकते हैं, जे गुरु अर्जन देव पातशाह रब वर्गे हो गए ते गुरु अर्जन देव पातशाह जिन्हां ने मन बचन करके रब नूं जान लिया, वो हरि वर्गे हो गए। ये भी हो सकते ने, पर ये अर्थ ज्यादा ठीक लगते ने, क्योंकि केवल गुरु ही रब वर्गा नहीं हो सकता, कोई भी मनुख हो सकता है। जे गुरु अर्जन देव पातशाह रब वर्गे हो गए ने, ते रब्बी एक नियम है, जेड़ा भी मन करके बचना करके सारिਆਂ ਵਿੱਚ ਵਸਦਾ रब जान लेगा, वो रब का रूप हो जाएगा। भावें वो गुरु होवे, भावें वो सिख होवे, कोई भी मनुख होवे। इस संसार ते चोर होवे, साध होवे, काला होवे, गोरा होवे, स्त्री होवे, पुरुष होवे, बच्चा होवे, बुजुर्ग होवे, हिंदू होवे, मुसलमान होवे, जैनी होवे, बुद्धि होवे, आस्तिक होवे, नास्तिक होवे, जिस दिन कोई मनुख मन करके ते बचना करके दूजे विचों रब जान लेगा, वो रब का रूप हो जाएगा। ये नियम सब ते लागू होता है। तरन गगन नवखंड में जोत स्वरूपी रहियो पर। तरन दे नन्ने नूं सिहारी लग गई। ये धरती दा शब्द है तरन, इस करके धरत दा शब्द तरन अपनी मौलिक सिहारी अपने नाल लैके आया है। स्त्रीलिंग शब्द होने करके तरन दे नन्ने नूं सिहारी है। इत्थे गगन पुलिंग शब्द है, इस करके इत्थे नन्ने नूं सिहारी नहीं है। पर गगन दे नन्ने नूं औंकड़ तां नहीं आई, क्योंकि मह शब्द जिहड़ा है वो धर्म, गगन ते नवखंड तिन्हां दा संबंधक है। ते जदों संबंधक आ जांदा है, उदों नाउं दे आखिरी अखर दी औंकड़ उड़ जाती है। इत्थे गगन दे नन्ने नूं औंकड़ चाहीदी सी, पर अगे मह संबंधक आण करके गगन दे नन्ने दी औंकड़ उड़ गई। गगन मह
आसमान विच, धरती ते आसमान विच। भट्ट मथुरा कहने लगे गल ही मुकाओ, नव खंड में, 9 खंडा में ही कुल कायनात ही आ गई। 9 खंड धरती ते, धरती दे उपर, गगन आसमान विच, हर थां ते, धरती ते भी आसमान दे विच, भाव कोई जगह खाली नहीं। धरन गगन नवखंड में, जोत स्वरूपी रहियो पर। जोत स्त्रीलिंग शब्द होने करके तत्ता अपनी मौलिक सियारी नाल लेके आया। ਇਹਦਾ ਮੂਲਕ शब्द हिंदी का है ज्योति। ज्योति तो जोत, इत्थे तत्ते नूं सियारी लग गई। जोत स्वरूपी, स्वरूपी मने स्वरूप, ओदा रूप, ओदे वर्गा होके, जोत रूप होके रहियो पर। पर मैंने व्यापक, व्यापक होया है। पर तो ही भरपूर बने है, पूरिया होया व्यापक, उतों असीं भरपूर कह दिंदे आ। इत्थे लफ्ज भर दा अर्थ है व्यापक, सारियां थावां ते, ओमनी प्रेजेंट, हर थां ते जिहड़ा है। जोत स्वरूपी रहियो पर, गुरु अर्जन देव पातशाह जोत रूप होके धरती ते, आकाश विच, 9 खंडां विच व्याप रहे हन। भाव गुरु अर्जन देव पातशाह जी दे गुण जिहड़े ने, जिहड़े रब जोत दे गुण ने, वो पूरी कायनात विच फैल गए ने। गुरु अर्जन देव पातशाह दे गुणां दा विस्तार पूरी दुनिया दे विच हो गया। गुरु अर्जन देव पातशाह दे गुण पूरी दुनिया विच फैल गए। उन्होंने रब्बी गुणां नूं कुल कायनात विच फैलाया, प्रचार किया, उहदा प्रसार किया। ते गुरु अर्जन देव पातशाह दे रब्बी गुण जिहड़े ने पूरी दुनिया च प्रगट हो गए। दुनिया नूं पता चल गया कि गुरु अर्जन देव पातशाह ते रब रूप ने। उन्हां विच दया दा गुण है, उन्हां विच संतोख दा गुण है, उन्हां विच धीरज दा गुण है, उन्हां विच गहर ते गंभीर दा गुण है, उन्हां दे विच निर्वैर ते निरभौ दा गुण है, उन्हां विच करते दा गुण है, उन्हां विच सैबंग दा गुण है। सतगुरु पातशाह दे गुण पूरी दुनिया में फैल गए। जोत स्वरूपी रहियो पर, गुरु अर्जन देव पातशाह जोत रूप होके धरती आकाश 9 खंडा पूरी कायनात विच भरपूर हो गए, व्यापक हो गए। सारी दुनिया ने उन्हां विचों रब दे गुणां नूं जान लिया। इस करके भन मथुरा कछ भेद नहीं, गुरु अर्जुन प्रतक्ष हर। भन दे नन्ने नूं आगे सियारी, जो हुक्मी भविष्य काल मध्यम पुरख की क्रिया आती है, उदों के आखिरी अखर नूं सियारी जां औंकड़ लग जाती है, जिसका अर्थ बन जाता है तू इस तरह कर। भन मैंने बोलना, तू आख मथुरा, भाव हे मथुरा तू कह, हे मथुरा तू ए आख। भन मथुरा की आख, कछ भेद नहीं, कुछ भी भेद नहीं है, फर्क नहीं है। भेद दद्दे नूं औंकड़, एक वचन पुलिंग दा यह शब्द है, उहदा विशेषण कछ, वो भी छछे नूं औंकड़ नाल है। नहीं, कछ भेद नहीं, कुछ भी फर्क नहीं है, कोई फर्क नहीं है। गुरु अर्जुन प्रतक्ष हर। अर्जुन दे नन्ने नूं औंकड़, एक वचन पुलिंग, नाम गुरु अर्जन देव पातशाह दा, उन्हां दा विशेषण गुरु बिरारे नूं औंकड़ नाल आ गया। गुरु अर्जन देव प्रतक्ष हर, प्रतख हर हन, प्रगट रूप दे विच रब ही हन, क्योंकि उन्हां विच रब वाले गुण प्रगट हैं, उन्हां विच रब दे गुण समाये हुए हैं। इस करके गुरु अर्जन देव पातशाह रब रूप हो गए। जिहदे उपर गुरु कृपा करदा है, वो रब वर्गा हो जाता है। गुर कृपा जिह नर को कीनी, ते है जुगत पछानी, नानक लीन पयो गोबिंद सिंह, जो पानी संग पानी। गुरु रामदास पातशाह की कृपा हुई, गुरु अर्जन देव पातशाह रब रूप हो गए। अगले 2 सवैये भट्ट हरबंस जी ने फिर इसे बारे कहे ने कि गुरु रामदास पातशाह की कृपा हुई। ਇਹਦੇ ਨਾਲ आम तौर पर एक छोटी जी साखी जुड़ी हुई मिलती है कि जो भट्ट साहिबान अमृतसर की धरती पर आए, उन्हीं दिन ही गुरु अर्जन देव पातशाह भी लाहौर तो वापस आ गए सन। तो गुरु रामदास पातशाह जी गुरता गद्दी ते विराजमान सन। तो गुरु रामदास पातशाह ने अपने जिउंदे जी उन्हां भट्टां की हाजरी में, जिहड़े भट्ट भी पहुंचे हुए सन, जिन्हां दे असीं अज सवैये संपूर्ण करन जा रहे हैं, वो भट्ट भी हाजिर सन। गुरु रामदास पातशाह ने भट्टां की हाजरी विच, भाव संगत विच भट्ट भी बैठे ने, देख रहे ने सारा कुछ। गुरु अर्जन देव पातशाह अपने साहिबजादे नूं तखत ते विराजमान कीता ते उन्हां नूं गुरु अर्जन देव पातशाह रूप कर दिता। तीजे दिन गुरु रामदास पातशाह जी ध्याना कर गए। गुरु रामदास पातशाह समा गए। वड्डा पुत्र सी प्रथी चंद, उन्होंने पता चलिया
ਤੇ ਉਹਨੇ ਇੱਕੋ ਦਮ ਰੋਲਾ ਪਾ ਦਿੱਤਾ, ਦੇਖੋ ਛੋਟਾ ਵੀਰ ਕੱਲ ਅਜੇ ਲਾਹੌਰੋਂ ਆਇਆ, ਆਂਦਿਆਂ 4 ਦਿਨ ਟਿਕ ਕੇ ਨਹੀਂ ਬੈਠਾ, ਆਂਦਿਆਂ ਇਹਨੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ। ਉਹਨੇ ਇਹ ਗੱਲ ਫੈਲਾ ਦਿੱਤੀ। ਇਹ ਸਾਖੀ ਜੁੜੀ ਹੋਈ ਹੈ ਇਹਦੇ ਨਾਲ। ਦੂਜੇ ਪਾਸੇ ਜੇ ਭੱਟਾਂ ਦੇ ਲਹਿਜੇ ਤੋਂ ਵੀ ਦੇਖੀਏ ਤੇ ਜੇ ਕੋਈ ਕਵੇ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਉੱਤੇ ਚਲੇ ਗਏ, ਖਤਮ ਹੋ ਗਏ, ਨਹੀਂ। ਭੱਟ ਹਰਬੰਸ ਆਖਦੇ ਨੇ ਗੁਰੂ ਕਦੀ ਮਰਦਾ ਨਹੀਂ ਹੈ, ਗੁਰੂ ਤੇ ਜੁਗੋ ਜੁਗ ਅਟਲ ਹੈ, ਗੁਰੂ ਤੇ ਅਮਰ ਹੈ। ਕੌਣ ਕਹਿੰਦਾ ਗੁਰੂ ਰਾਮਦਾਸ ਪਾਤਸ਼ਾਹ ਮਰ ਗਏ? ਉਹ ਮਰੇ ਨਹੀਂ ਹਨ, ਉਹ ਤੇ ਅਮਰ ਹਨ, ਉਹ ਤੇ ਰੱਬ ਵਿੱਚ ਸਮਾਏ ਹੋਏ ਹਨ, ਉਹ ਤੇ ਗੁਣਾ ਰੂਪ ਫੈਲੇ ਹੋਏ ਹਨ ਸੰਸਾਰ ਦੇ ਵਿੱਚ। ਦੋਨੋਂ ਚੀਜ਼ਾਂ ਲੱਗ ਸਕਦੀਆਂ ਨੇ। ਤੇ ਇਸੇ ਕਰਕੇ ਸ਼ਾਇਦ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਥੇ ਕਿਸੇ ਸਾਖੀ ਦਾ ਜ਼ਿਕਰ ਨਹੀਂ ਕੀਤਾ। ਦੋਨੋਂ ਹੀ ਚੀਜ਼ਾਂ ਲੱਗ ਸਕਦੀਆਂ ਨੇ। ਉਹ ਸਾਖੀ ਵੀ ਲੱਗ ਸਕਦੀ ਹੈ, ਕੀ ਪਤਾ ਸਤਮੁਚ ਪ੍ਰਿਥੀ ਚੰਦ ਨੇ ਇਸ ਤਰ੍ਹਾਂ ਕਿਹਾ ਹੋਵੇ ਕਿ ਆਂਦਿਆਂ ਨਿੱਕਾ ਵੀਰ 2 ਦਿਨ ਟਿਕ ਕੇ ਨਹੀਂ ਬੈਠਾ, ਆਂਦਿਆਂ ਪਿਤਾ ਨੂੰ ਖਤਮ ਕਰ ਦਿੱਤਾ। ਹੋ ਸਕਦਾ ਹੈ, ਜ਼ਰੂਰੀ ਨਹੀਂ ਸੱਚ ਹੋਵੇ, ਕਿਉਂਕਿ ਹਿਸਟਰੀ ਜਿਹੜੀ ਹੈ 90% ਜਿਹੜੀ ਹੈ ਉਹ ਸੱਚ ਨਹੀਂ ਹੁੰਦੀ, 10% ਸੱਚ ਹੁੰਦੀ ਹੈ। ਪਰ ਜੇ ਕੇਵਲ ਅਰਥਾਂ ਦੇ ਮੁਤਾਬਕ ਦੇਖੀਏ ਤੇ ਅਰਥਾਂ ਮੁਤਾਬਕ ਇਹ ਬਿਲਕੁਲ ਠੀਕ ਗੱਲ ਹੈ, ਗੁਰੂ ਕਦੀ ਮਰਦਾ ਨਹੀਂ ਹੈ। ਕੌਣ ਕਹਿੰਦਾ ਕਿ ਗੁਰੂ ਰਾਮਦਾਸ ਪਾਤਸ਼ਾਹ ਖਤਮ ਹੋ ਗਏ? ਨਹੀਂ, ਉਹ ਤੇ ਰੱਬੀ ਗੁਣਾ ਦਾ ਰੂਪ ਹੋ ਕੇ ਸੰਸਾਰ 'ਚ ਫੈਲੇ ਨੇ। ਰੱਬ ਵੀ ਕਦੀ ਮਰਦਾ ਨਹੀਂ। ਜਿੰਨਾ ਚਿਰ ਸੂਰਜ, ਚੰਦਰਮਾ, ਧਰਤੀ, ਆਕਾਸ਼, ਤਾਰੇ ਰਹਿਣਗੇ, ਗੁਰੂ ਰਾਮਦਾਸ ਪਾਤਸ਼ਾਹ ਵੀ ਜੁਗੋ ਜੁਗ ਅਟਲ ਰਹਿਣਗੇ। ਭੱਟਾਂ ਦੀਆਂ ਨਜ਼ਰਾਂ ਦੇ ਵਿੱਚ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤੇ ਭੱਟ ਹਰਬੰਸ ਜੀ ਨੇ 2 ਸਵਈਏ ਕਹੇ ਜਿਹੜੇ ਅਖੀਰ ਤੇ ਨੇ। ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਾਵੇ। ਅਜੈ ਮੈਨੇ ਨਾ ਜਿੱਤਿਆ ਜਾਣ ਵਾਲਾ। ਗੰਗ, ਗੰਗ ਕਿਉਂਕਿ ਇਸਤਰੀ ਲਿੰਗ ਸ਼ਬਦ ਹੈ, ਗੰਗਾ ਨਦੀ, ਇਸ ਕਰਕੇ ਇੱਥੇ ਗੰਗ ਗੱਗਾ ਮੁਕਤਾ ਹੈ। ਜਲ, ਜਿਹੜਾ ਗੰਗਾ ਦਾ ਜਲ ਹੈ, ਜਲ ਪੁਲਿੰਗ ਸ਼ਬਦ ਹੋਣ ਕਰਕੇ ਲੱਲਾ ਮੁਕਤਾ, ਲੱਲੇ ਨੂੰ ਔਂਕੜ ਆ ਗਈ। ਅਟਲ ਇੱਕ ਵਚਨ ਪੁਲਿੰਗ ਦਾ ਵਿਸ਼ੇਸ਼ਣ ਹੈ, ਲੱਲੇ ਨੂੰ ਔਂਕੜ ਆ ਗਈ। ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਾਵੇ। ਭੱਟ ਹਰਬੰਸ ਜੀ ਆਖਦੇ ਨੇ, ਜਦੋਂ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸਜਿਆ ਦਰਬਾਰ ਦੇਖਦਾ ਵਾਂ, ਲੋਕ ਜਾਂਦੇ ਨੇ ਬਾਹਰਲੀ ਗੰਗਾ ਤੇ ਨਹਾਉਣ ਵਾਸਤੇ ਕਿ ਗੰਗਾ 'ਚ ਨਹਾਵਾਂਗੇ ਪਾਪ ਧੋਤੇ ਜਾਣਗੇ। ਇੱਥੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਖੁਦ ਗੰਗਾ ਰੂਪ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਵੱਲ ਦੇਖੋ, ਮਾਨੋ ਗੰਗਾ ਵਹਿ ਰਹੀ, ਭਾਵ ਇਸ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜੁੜ ਕੇ ਸਿੱਖ ਸੰਗਤ ਜਿਹੜੀ ਹੈ ਆਪਣੇ ਪਾਪਾਂ ਨੂੰ ਧੋ ਰਹੀ ਹੈ। ਸਾਡੇ ਲਈ ਤੇ ਸਾਡਾ ਗੁਰੂ ਗੰਗਾ ਹੈ, ਸਾਨੂੰ ਹੋਰ ਕਿਤੇ ਗੰਗਾ ਕੋਲ ਜਾਣ ਦੀ ਲੋੜ ਨਹੀਂ। ਸਾਡੇ ਲਈ ਗੁਰੂ ਸਾਰਾ ਕੁਝ ਹੈ। ਗੁਰੂ ਉਹ ਗੰਗਾ ਹੈ ਜਿਹਦੇ ਵਿੱਚ ਇਸ਼ਨਾਨ ਕਰਕੇ ਸਿੱਖ ਸੰਗਤ ਸਭ ਨਹਾਵੇ। ਜਿੱਥੇ ਸਿੱਖ ਸੰਗਤ ਇਸ਼ਨਾਨ ਕਰਕੇ ਪਾਪਾਂ ਨੂੰ ਖਤਮ ਕਰ ਰਹੀ ਹੈ। ਸੰਗਤ ਤੱਤੇ ਨੂੰ ਆ ਗਈ ਸਿਆਰੀ। ਮੌਲਿਕ ਇਸਤਰੀ ਲਿੰਗ ਤਤਸਮ ਸ਼ਬਦ ਹੈ, ਸੰਗਤ ਆਪਣੀ ਸਿਆਰੀ ਨਾਲ ਲੈ ਕੇ ਆਇਆ ਹੈ। ਸਿੱਖ, ਇੱਥੇ ਸਿੱਖ ਬਹੁਵਚਨ ਸ਼ਬਦ ਹੈ। ਸਿੱਖਾਂ ਦੀ ਸੰਗਤ ਭਾਵ ਗੁਰਸਿੱਖ ਸੰਗਤ, ਜਿਹੜੀ ਸਿੱਖ ਸੰਗਤ ਹੈ, ਸਭ ਨਹਾਵੇ। ਸੰਗਤ ਕਿਉਂਕਿ ਇਸਤਰੀ ਲਿੰਗ ਸ਼ਬਦ ਹੈ, ਇਸ ਕਰਕੇ ਉਹਦਾ ਵਿਸ਼ੇਸ਼ਣ ਸਭ ਜਿਹੜਾ ਹੈ ਉਹ ਵੀ ਪੱਬਾ ਮੁਕਤਾ ਆ ਗਿਆ। ਸਭ ਪੱਬੇ ਨੂੰ ਔਂਕੜ ਹੋਵੇ ਤੇ ਪੁਲਿੰਗ ਦਾ ਵਿਸ਼ੇਸ਼ਣ ਬਣ ਜਾਂਦਾ ਹੈ। ਸਭ ਪੱਬੇ ਨੂੰ ਸਿਆਰੀ ਹੋਵੇ ਤੇ ਬਹੁਵਚਨ ਵਿਸ਼ੇਸ਼ਣ ਬਣ ਜਾਂਦਾ ਹੈ। ਸਭ ਪੱਬਾ ਮੁਕਤਾ ਹੋਵੇ ਤੇ ਇਸਤਰੀ ਲਿੰਗ ਦਾ ਵਿਸ਼ੇਸ਼ਣ ਬਣ ਜਾਂਦਾ ਹੈ। ਸਿੱਖ ਸੰਗਤ ਦੀ ਗੱਲ ਚੱਲ ਰਹੀ ਹੈ। ਸਿੱਖਾਂ ਦੀ ਜਿਹੜੀ ਸੰਗਤ ਹੈ, ਸਾਰੀ ਸੰਗਤ, ਸਭ ਇਸਤਰੀ ਲਿੰਗ ਸਾਰੀ ਨਾਵੇ। ਸਾਰੀ ਸੰਗਤ ਗੁਰੂ ਦੇ ਚਰਨਾਂ 'ਚ ਇਸ਼ਨਾਨ ਕਰਦੀ ਹੈ, ਪਾਪ ਧੋ ਰਹੀ ਹੈ। ਸਨਾਤਨ ਮਤ ਵਿੱਚ 3 ਨਦੀਆਂ ਮੰਨੀਆਂ ਗਈਆਂ, ਗੰਗਾ, ਜਮੁਨਾ ਜਿਹੜੀ ਪ੍ਰਗਟ ਰੂਪ 'ਚ ਸਭ ਨੂੰ ਨਜ਼ਰ ਆਉਂਦੀ ਹੈ, ਤੇ ਤੀਜੀ ਉਹ ਕਹਿੰਦੇ ਨੇ ਕਿ ਸਰਸਵਤੀ ਵੀ ਹੈ, ਜਿਹੜੀ ਦਿਸਦੀ ਨਹੀਂ ਹੈ। ਤੇ ਪ੍ਰਯਾਗਰਾਜ ਵਿੱਚ ਜਾ ਕੇ ਉੱਥੇ ਉਹ ਜੁੜ ਜਾਂਦੀ ਹੈ ਇਹਨਾਂ ਦੋਨਾਂ ਨਦੀਆਂ ਨਾਲ, ਤੇ 3 ਨਦੀਆਂ ਦਾ ਸੰਗਮ ਹੋ ਜਾਂਦਾ ਹੈ, ਜਿਹਨੂੰ ਤ੍ਰਿਵੇਣੀ ਕਹਿੰਦੇ ਨੇ। ਪ੍ਰਯਾਗਰਾਜ ਵਿੱਚ ਤ੍ਰਿਵੇਣੀ। ਜਦੋਂ ਸਾਇੰਟਿਸਟਾਂ ਨੇ ਗੱਲ ਕਹੀ ਵੀ ਦਿਖਾਓ ਤੀਜੀ ਨਦੀ, ਕਹਿਣਗੇ ਕਾਲਪਨਿਕ ਹੈ। ਕਾਲਪਨਿਕ ਤੇ ਕਹਿੰਦੇ ਸੀ। ਅੱਜ ਕੱਲ ਇੱਕ ਹੋਰ ਕੰਮ ਕਰ ਰਹੇ ਨੇ, ਕਿਸੇ ਹੋਰ ਨਦੀ ਦਾ ਪਾਣੀ ਖਿੱਚ ਕੇ ਲੈ ਕੇ ਆ ਰਹੇ ਨੇ ਜਿੱਥੇ ਗੰਗਾ ਜਮਨਾ ਮਿਲਦੀਆਂ ਨੇ, ਉੱਥੇ ਮਿਲਾ ਕੇ ਫਿਰ ਕਹਿਣਗੇ ਦੇਖੋ ਜੀ ਇਹਦਾ ਨਾਮ ਸਰਸਵਤੀ ਹੈ। ਹਾਲਾਂਕਿ ਭੂਗੋਲ ਦੇ ਵਿੱਚ, ਜਿਓਗ੍ਰਾਫੀ ਦੇ ਵਿੱਚ ਉਹ ਨਦੀ ਨਹੀਂ ਹੈ ਸਰਸਵਤੀ। ਪਹਿਲਾਂ ਤੇ ਕਹਿੰਦੇ ਰਹੇ ਵੀ ਕਾਲਪਨਿਕ ਹੈ ਜੀ, ਧਰਤੀ ਦੇ ਅੰਦਰੋਂ ਹੀ ਆ ਕੇ ਮਿਲ ਜਾਂਦੀ ਹੈ। ਹੁਣ ਜਦੋਂ ਸਾਇੰਟਿਸਟਾਂ ਨੇ, ਜਦੋਂ ਵਿਗਿਆਨੀਆਂ ਨੇ, ਜਦੋਂ ਬਾਕੀ ਦੇਸ਼ਾਂ ਦੇ ਲੋਕਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਵੀ ਦੱਸੋ ਕਿੱਥੇ ਹੈ, ਅੱਜ ਕੱਲ ਉਹ ਯਤਨ ਹੋ ਰਿਹਾ ਹੈ ਕਿਸੇ ਹੋਰ ਨਦੀ ਦਾ ਪਾਣੀ ਖਿੱਚ ਕੇ ਅੱਜ ਟੁੱਟੀ ਜਾ ਰਹੀ ਹੈ ਨਦੀ, ਹੁਣ ਉਹਨੂੰ ਲਿਆ ਕੇ ਉਹਦੇ ਵਿੱਚ ਮਿਲਾਇਆ ਜਾਏਗਾ। ਫਿਰ ਕਹਿਣਗੇ ਦੇਖੋ ਜੀ ਆਹ ਤੀਜੀ ਨਦੀ ਸਰਸਵਤੀ। ਅਸੀਂ ਬਿਲਕੁਲ ਸੱਚ ਕਹਿ ਰਹੇ ਹਾਂ, ਪਰ ਸਰਸਵਤੀ ਜ਼ਾਹਰ ਨਹੀਂ ਹੈ।
ਉਹਨਾਂ ਦੇ ਪਿਛਲੇ ਮਤ ਦੇ ਮੁਤਾਬਕ। ਗੰਗਾ ਜਮਨਾ ਸਰਸਵਤੀ ਜਿੱਥੇ ਇਕੱਠੀ ਹੋ ਜਾਂਦੇ ਉਹਨੂੰ ਕਹਿੰਦੇ ਨੇ ਸੰਗਮ। ਸਿੱਖ ਨੇ ਸੰਗਮ ਕਰਨਾ। ਇੱਕ ਸਿੱਖ ਦਾ ਸੰਗਮ ਕਿਹੜਾ ਹੈ? ਸੁਣਨਾ ਇੱਕ ਨਦੀ ਹੈ, ਗੁਰੂ ਦੇ ਬਚਨਾਂ ਨੂੰ ਸੁਣਨਾ, ਗੁਰਦੁਆਰੇ ਆ ਕੇ ਬਾਣੀ ਸੁਣਨੀ, ਕੀਰਤਨ ਸੁਣਨਾ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸੁਣਨਾ ਇੱਕ ਨਦੀ ਹੈ। ਬਹੁਤ ਘੱਟ ਲੋਕ ਨੇ ਜਿਹੜੇ ਗੁਰਦੁਆਰੇ ਆ ਕੇ ਸ਼ਬਦ ਸੁਣਦੇ ਨੇ। ਲੋਕ ਤੇ ਮੋਬਾਈਲ ਸੁਣਦੇ ਨੇ, ਇੱਕ ਦੂਜੇ ਦੀ ਡਰੈਸ ਸੁਣਦੇ ਨੇ, ਫਲਾਣੇ ਨੇ ਕੱਪੜੇ ਕਿੱਦਾਂ ਦੇ ਪਾਏ। ਲੋਕ ਤੇ ਗੁਰਦੁਆਰੇ ਆ ਕੇ ਇੱਕ ਦੂਜੇ ਦੇ ਗਹਿਣੇ ਸੁਣਦੇ ਨੇ, ਵੀ ਇਹਦੇ ਫਲਾਣੇ ਦੇ ਇਹ ਗਹਿਣੇ ਨੇ, ਫਲਾਣੇ ਦੇ ਇਹ ਗਹਿਣੇ, ਫਲਾਣੇ ਨੇ ਇਹ ਕੱਪੜੇ ਪਾਏ। ਗੁਰੂ ਨੂੰ ਕੌਣ ਸੁਣਦਾ? ਬਿਰਲੇ। ਜਿਹੜਾ ਕੋਈ ਸੁਣ ਲਏਗਾ ਨਾ ਗੁਰੂ ਨੂੰ, ਸਮਝ ਲਓ ਇੱਕ ਨਦੀ ਆ ਗਈ ਜ਼ਿੰਦਗੀ 'ਚ। ਦੂਜੀ ਨਦੀ ਹੈ ਮੰਨਣਾ। ਜਦੋਂ ਕੋਈ ਗੁਰੂ ਦੀ ਗੱਲ ਨੂੰ ਫਿਰ ਮੰਨ ਲਏਗਾ ਨਾ ਸਤ ਵਚਨ ਕਰਕੇ। ਲੋਕ ਤੇ ਗੁਰਦੁਆਰੇ ਆ ਕੇ ਕੋਈ ਪ੍ਰਧਾਨ ਦੀ ਮੰਨ ਰਿਹਾ, ਕੋਈ ਸ਼ਕਤੀ ਦੀ ਮੰਨ ਰਿਹਾ, ਗੁਰੂ ਦੀ ਤੇ ਕੋਈ ਬਿਰਲਾ ਮੰਨਦਾ ਹੈ। ਜਦੋਂ ਕੋਈ ਮੰਨ ਲਏਗਾ ਦੂਜੀ ਨਦੀ ਆ ਜਾਏਗੀ। ਸੁਣਨਾ ਜ਼ਾਹਰ ਹੈ ਕਿ ਸਿੱਖ ਬੈਠਾ ਸੁਣ ਰਿਹਾ ਬਾਣੀ, ਮੰਨਣਾ ਜ਼ਾਹਰ ਹੈ ਕਿ ਸਿਰ ਝੁਕਾ ਕੇ ਆਖਦਾ ਮੈਂ ਮੰਨ ਰਿਹਾ। ਪਰ ਮੰਨ ਕੇ ਪਿਆਰ ਪੈਦਾ ਕਰਨਾ ਗੁਰੂ ਦੇ ਉਪਦੇਸ਼ ਦੇ ਨਾਲ, ਉਹ ਦਿਸਦਾ ਨਹੀਂ ਕਿਸੇ ਨੂੰ। ਭਾਵਨਾ ਨਜ਼ਰ ਨਹੀਂ ਆਉਂਦੀ, ਸ਼ਰਧਾ ਨਜ਼ਰ ਨਹੀਂ ਆਉਂਦੀ, ਉਹ ਤੀਜੀ ਨਦੀ ਹੈ। ਜਦੋਂ ਇਹ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਉਹਦੇ ਅੰਦਰ ਹੀ ਸੰਗਮ ਹੋ ਜਾਂਦਾ ਹੈ। ਅੰਤਰਗਤ ਤੀਰਥ ਮਲ ਲਾਓ, ਉਹਨੂੰ ਬਾਹਰ ਤ੍ਰਿਵੇਣੀ ਜਾਣ ਦੀ ਲੋੜ ਨਹੀਂ ਪੈਂਦੀ। ਅੰਦਰ ਦੇ ਹੀ ਉਹ ਸੁਣਨ, ਮੰਨਣ ਤੇ ਪ੍ਰੇਮ ਦੇ ਵਿੱਚ ਉਹ ਇਸ਼ਨਾਨ ਕਰ ਲੈਂਦਾ ਹੈ। ਅੰਤਰਗਤ ਤੀਰਥ ਮਲ ਲਾਓ, ਉਹਦੇ ਸਾਰੇ ਪਾਪ ਕਰ ਖਤਮ ਹੋ ਜਾਂਦੇ, ਉਹਦੇ ਅੰਦਰ ਪਾਪ ਰਹਿੰਦੇ ਨਹੀਂ ਹਨ। ਇਹ ਇਸ਼ਨਾਨ ਤ੍ਰਿਵੇਣੀ ਦਾ, ਸੰਗਮ ਦਾ ਕੋਈ ਬਿਰਲਾ ਕਰਦਾ ਹੈ, ਜਿਹਨੂੰ ਸਤਿਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਵੀ ਇਹ ਬਚਨ ਕੀਤਾ ਸੀ। ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ, ਤੀਰਥ ਨਾਮਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਸ਼ ਸਦਾ ਦਸਾਹਰਾ, ਹੁਣ ਨਾਮ ਹਰ ਕਾ ਸਦਾ ਜਾਚੋਂ, ਦੇਵ ਪ੍ਰਭ ਧਰਨੀ ਤਰਾ। ਉਹਦੇ ਵਿੱਚ ਅਸੀਂ ਪੜ੍ਹਦੇ ਹਾਂ, ਫਿਰ ਸੰਗ ਭਾਵੈ ਸਹਿਜ ਨਾਵੈ, ਬੇਣੀ ਤਾਂ ਸੰਗਮ ਸਤ ਸਤੇ। ਆਇਆ ਬੇਣੀ ਸੰਗਮ। ਇਹ ਤ੍ਰਿਵੇਣੀ ਸਿੱਖ ਦੇ ਅੰਦਰ ਜਦੋਂ ਉਹ ਗੁਰੂ ਦੇ ਸ਼ਬਦ ਨੂੰ ਸੁਣ ਲੈਂਦਾ ਹੈ, ਫਿਰ ਉਹਨੂੰ ਮੰਨ ਲੈਂਦਾ ਹੈ, ਤੇ ਮਨ ਕੀ ਪ੍ਰੇਮ ਦੇ ਨਾਲ ਉਹਨੂੰ ਜੀਵਨ ਵਿੱਚ ਅਮਲੀ ਰੂਪ ਵਿੱਚ ਲੈ ਆਉਂਦਾ ਹੈ, ਉਦੋਂ ਉਹਦੇ ਅੰਦਰ ਹੀ ਸੰਗਮ ਦਾ ਇਸ਼ਨਾਨ ਹੋ ਜਾਂਦਾ ਹੈ। ਭੱਟ ਹਰਬੰਸ ਆਖਦੇ ਨੇ, ਗੁਰੂ ਦੇ ਚਰਨਾਂ ਵੱਲ ਦੇਖਦਾ ਵਾਂ, ਗੰਗਾ ਵਰਗੇ ਪਵਿੱਤਰ ਚਰਨ, ਭਾਵ ਸਾਡੇ ਲਈ ਸਾਡਾ ਗੁਰੂ ਗੰਗਾ ਹੈ, ਜਿਹਦੇ ਵਿੱਚ ਸਿੱਖ ਸੰਗਤ ਇਸ਼ਨਾਨ ਕਰਕੇ ਆਪਣੇ ਵਿਕਾਰਾਂ ਨੂੰ ਖਤਮ ਕਰਦੀ ਹੈ। ਭਾਵ ਗੁਰੂ ਦਾ ਉਪਦੇਸ਼ ਸਾਡੇ ਵਿਕਾਰਾਂ ਨੂੰ ਧੁੰਦਾ ਹੈ। ਗੁਰੂ ਸੱਚ ਦਾ ਉਪਦੇਸ਼ ਦਿੰਦਾ, ਸਾਡੀ ਝੂਠ ਦੀ ਮੈਲ ਉਤਰ ਜਾਂਦੀ ਹੈ। ਗੁਰੂ ਸਬਰ ਸੰਤੋਖ ਦਾ ਉਪਦੇਸ਼ ਦਿੰਦਾ, ਸਾਡੇ ਚੋਂ ਤ੍ਰਿਸ਼ਨਾ ਲਾਲਚ ਦੀ ਮੈਲ ਉਤਰ ਜਾਂਦੀ ਹੈ। ਗੁਰੂ ਨਿਮਰਤਾ ਦਾ ਸੰਦੇਸ਼ ਦਿੰਦਾ ਹੈ, ਸਾਡੇ ਅੰਦਰੋਂ ਹੰਕਾਰ ਦੀ ਮੈਲ ਉਤਰ ਜਾਂਦੀ ਹੈ। ਗੁਰੂ ਗਿਆਨ ਦਾ ਜਲ ਸਾਡੀ ਝੋਲੀ ਪਾਉਂਦਾ ਹੈ, ਅਗਿਆਨਤਾ ਦੀ ਮੈਲ ਧੋਤੀ ਜਾਂਦੀ ਹੈ। ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ। ਗੁਰੂ ਅਰਜਨ ਦੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਸਿੱਖ ਸੰਗਤ ਗੁਰਬਾਣੀ 'ਚ ਇਸ਼ਨਾਨ ਕਰਦੀ ਹੈ। ਸਾਨੂੰ ਕਿਤੇ ਹੋਰ ਗੰਗਾ ਕੋਲ ਜਾਣ ਦੀ ਲੋੜ ਨਹੀਂ। ਇੱਥੇ ਜਦੋਂ ਗੁਰੂ ਕੇ ਸਿੱਖ ਬਾਣੀ ਪੜ੍ਹਦੇ ਨੇ, ਨਿਤ ਪ੍ਰਾਣ ਬਾਚੀਐ ਵੇਦ ਬ੍ਰਹਮਾ ਮੁਖ ਗਾਵੇ। ਇੱਕ ਪੁਰਾਣ ਬ੍ਰਹਮਾ ਮੁਖ ਪੜਨ ਵਾਲਾ ਹੈ, ਇੱਕ ਵੇਦ ਬ੍ਰਹਮਾ ਉਚਾਰਨ ਵਾਲਾ ਹੈ। ਇੱਥੇ ਅਨੇਕਾਂ ਹੀ ਬ੍ਰਹਮੇ ਨਜ਼ਰ ਆ ਰਹੇ ਨੇ, ਜਿਹੜੇ ਨਿਤ ਪ੍ਰਾਣ ਬਾਚੀਐ। ਗੁਰਮੁਖ ਸੰਗਤਾਂ ਹਰ ਰੋਜ਼ ਗੁਰੂ ਦੀ ਸਿਫਤ, ਰੱਬ ਦੀ ਸਿਫਤ ਕਰ ਰਹੀਆਂ ਨੇ। ਰੋਜ਼ ਹੀ ਪੁਰਾਣ ਵਿਚਾਰੇ ਜਾ ਰਹੇ ਨੇ, ਰੋਜ਼ ਹੀ ਧਾਰਮਿਕ ਗ੍ਰੰਥ ਪੜ੍ਹੇ ਜਾ ਰਹੇ ਨੇ, ਰੋਜ਼ ਹੀ ਬਾਣੀ ਦੀ ਵਿਚਾਰ ਹੋ ਰਹੀ ਹੈ। ਵੇਦ ਬ੍ਰਹਮਾ ਮੁਖ ਗਾਵੇ। ਜਿਵੇਂ ਮੰਨੋ ਬ੍ਰਹਮਾ ਜਿਹੜਾ ਹੈ ਵੇਦ ਦੱਦਾ ਮੁਕਤਾ ਹੈ, ਬਹੁਤੇ ਵੇਦਾਂ ਨੂੰ, ਕਿਉਂਕਿ 4 ਵੇਦ ਰਚੇ ਨੇ, ਇਸ ਕਰਕੇ ਬਹੁਵਚਨ ਵੇਦ ਆ ਗਿਆ। ਪੁਰਾਣ ਕਿਉਂਕਿ 18 ਨੇ, ਇਸ ਕਰਕੇ ਪੁਰਾਣ ਦੇ ਵਿਣਾਣੇ ਨੂੰ ਔਂਕੜ ਨਹੀਂ ਆਈ। ਵੇਦ ਬ੍ਰਹਮਾ ਮੁਖ, ਮੁਖ ਦੇ ਖੱਖੇ ਨੂੰ ਆ ਗਈ ਸਿਆਰੀ, ਮੁਖ ਰਾਹੀਂ ਗਾਵੇ, ਗਾਉਂਦਾ ਹੈ। ਜਿਵੇਂ ਬ੍ਰਹਮਾ 4 ਵੇਦਾਂ ਨੂੰ ਜ਼ਬਾਨ ਤੋਂ ਗਾਉਂਦਾ ਹੈ, ਅਸੀਂ ਗੁਰੂ ਦਰ ਆ ਕੇ ਦੇਖਦੇ ਹਾਂ, ਸਾਡੇ ਲਈ ਸਾਡਾ ਗੁਰੂ ਹੀ ਜਿਹੜਾ ਹੈ ਰੱਬ ਦੀ ਸਿਫਤ ਨੂੰ ਗਾ ਰਿਹਾ ਹੈ। ਅਜੈ ਚਵਰ ਸਿਰ ਢੁਲੇ। ਭੱਟ ਆਪਣੀਆਂ ਜਿਹੜੀਆਂ ਸਨਾਤਨ ਦੀਆਂ ਉਦਾਹਰਨਾਂ ਦੇ ਕੇ ਸਤਿਗੁਰੂ ਦੀ ਸਿਫਤ ਕਰ ਰਹੇ ਹਨ। ਅਜੈ ਚਵਰ ਸਿਰ ਢੁਲੇ, ਨਾਮ ਅੰਮ੍ਰਿਤ ਮੁਖ ਲਿਓ। ਭਾਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਤੁਹਾਡਾ ਦਰਬਾਰ ਐਸਾ ਵੈ, ਮਾਨੋ ਜਿਵੇਂ ਰੱਬ ਦੇ ਘਰ ਵਿੱਚ ਮੰਨਿਆ ਜਾਂਦਾ ਹੈ ਕਿ ਰਿਸ਼ੀ ਆਦਿਕ ਜਿਹੜੇ ਨੇ ਪੁਰਾਣ ਪੜ੍ਹ ਰਹੇ ਨੇ, ਰੱਬ ਦੀ ਸਿਫਤ ਦੇ ਵਿੱਚ ਬ੍ਰਹਮਾ ਵੇਦ ਉਚਾਰ ਰਿਹਾ ਹੈ। ਤੁਹਾਡੇ ਦਰ ਤੇ ਸਿੱਖ ਸੰਗਤ ਜਿਹੜੀ ਹੈ ਸਿਫਤਾਂ ਦੀਆਂ ਗ੍ਰੰਥਾਂ ਨੂੰ, ਬਾਣੀਆਂ ਨੂੰ ਵਿਚਾਰ ਰਹੀ ਹੈ, ਰੱਬ ਦੀ ਸਿਫਤ ਦੇ ਗਿਆਨ ਨੂੰ ਪੜ੍ਹਿਆ ਜਾ ਰਿਹਾ ਹੈ। ਅਜੈ ਚਵਰ ਸਿਰ ਢੁਲੇ। हे ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ, ਤੁਹਾਡੇ ਸਿਰ ਤੇ
ਉਹ ਚਵਰ ਝੁੱਲ ਰਿਹਾ ਜਿਹੜਾ ਅਜੈ ਹੈ, ਜਿਹੜਾ ਨਾਸ਼ ਨਹੀਂ ਹੁੰਦਾ। ਚਵਰ ਦੇ ਰਾਰੇ ਨੂੰ ਔਂਕੜ ਆ ਗਈ, ਇੱਕ ਚੌਰ। ਸਿਰ ਦੇ ਰਾਰੇ ਨੂੰ ਸਿਹਾਰੀ ਆ ਗਈ, ਸਿਰ ਉੱਤੇ ਢੁਲੈ, ਇੱਕ ਵਚਨੀ ਕਿਰਿਆ ਹੈ, ਝੁੱਲ ਰਿਹਾ ਹੈ ਤੁਹਾਡੇ ਸਿਰ ਤੇ ਉਹ ਰੱਬੀ ਚੌਰ ਝੁੱਲ ਰਿਹਾ ਹੈ ਜਿਹੜਾ ਕਦੀ ਮੁੱਕਦਾ ਨਹੀਂ। ਬਾਹਰਲੇ ਚੌਰ ਤੇ ਖਤਮ ਹੋ ਸਕਦੇ ਨੇ, ਪਰ ਜਿਹੜਾ ਰੱਬੀ ਗੁਣਾ ਦਾ ਚੌਰ ਤੁਹਾਡੇ ਸੀਸ ਦੇ ਉੱਪਰ ਝੁੱਲ ਰਿਹਾ ਉਹ ਅਜੈ ਹੈ, ਕਦੀ ਨਾਸ਼ ਨਹੀਂ ਹੋਏਗਾ। ਅਜੈ ਚਵਰ ਸਿਰ ਢੁਲੈ, ਭਾਵ ਸਦਾ ਹੀ ਤੁਹਾਡੀ ਸਿਫਤ ਬਣੀ ਰਹੇਗੀ, ਸ਼ੋਭਾ ਬਣੀ ਰਹੇਗੀ। ਨਾਮ ਅੰਮ੍ਰਿਤ ਮੁਖ ਲਿਓ, ਨਾਮ ਦੇ ਮੰਮੀ ਨੂੰ ਔਂਕੜ, ਉਹਦਾ ਵਿਸ਼ੇਸ਼ਣ ਉਹ ਅੰਮ੍ਰਿਤ ਹੈ, ਤੱਤੇ ਨੂੰ ਔਂਕੜ ਆ ਗਈ। ਆਤਮਿਕ ਜੀਵਨ ਦੇਣ ਵਾਲਾ ਨਾਮ ਜਲ। ਮੁਖ ਲਿਓ, ਮੁਖ ਦੇ ਆ ਗਈ ਖੱਖੇ ਨੂੰ ਸਿਹਾਰੀ, ਮੂੰਹ ਤੋਂ ਲਿਓ ਮੈਨੇ ਉਚਾਰਿਆ। ਤੁਸੀਂ ਆਤਮਿਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਮੁਖ ਤੋਂ ਉਚਾਰਿਆ ਹੈ। ਗੁਰ ਅਰਜੁਨ ਸਿਰ ਛਤਰ, ਆਪ ਪਰਮੇਸ਼ਰ ਦਿਓ। ਪ੍ਰਿਥੀ ਚੰਦ ਰੋਲਾ ਪਾਉਂਦਾ ਹੈ ਕਿ ਇਹਨੇ ਖੋਹ ਲਿਆ ਪਿਤਾ ਤੋਂ ਇਹ ਚਵਰ ਛਤਰ, ਇਹ ਖੋਹ ਲਿਆ ਤਖਤ। ਤੇ ਭੱਟ ਹਰਬੰਸ ਆਖਦੇ ਨੇ ਨਹੀਂ ਖੋਇਆ ਨਹੀਂ, ਰੱਬ ਨੇ ਆਪ ਇਸ ਯੋਗਤਾ ਨੂੰ ਦੇਖ ਕੇ, ਸਤਿਗੁਰੂ ਪਾਤਸ਼ਾਹ ਨੂੰ ਯੋਗ ਜਾਣ ਕੇ ਆਪ ਉਹਨਾਂ ਦੇ ਸੀਸ ਤੇ ਛਤਰ ਚੁਲਾਇਆ ਹੈ। ਗੁਰ ਅਰਜੁਨ ਸਿਰ ਛਤਰ, ਇੱਥੇ ਦੇ ਲੁਪਤ ਸੰਬੰਧਕ ਆ ਗਿਆ, ਇਸ ਕਰਕੇ ਅਰਜੁਨ ਦੇ ਨੰਨੇ ਦੀ ਔਂਕੜ ਕੱਟੀ ਗਈ ਤੇ ਉਹਦਾ ਵਿਸ਼ੇਸ਼ਣ ਗੁਰ ਵੀ ਰਾਰਾ ਮੁਕਤ ਆ ਗਿਆ। ਗੁਰੂ ਅਰਜਨ ਦੇ ਪਾਤਸ਼ਾਹ ਦੇ ਸਿਰ ਉੱਤੇ, ਸਿਰ ਦੇ ਰਾਰੇ ਨੂੰ ਆ ਗਈ ਸਿਹਾਰੀ, ਸਿਰ ਉੱਤੇ ਛਤਰ, ਇੱਕ ਵਚਨ ਪੁਲਿੰਗ ਹੋਣ ਕਰਕੇ ਪੈਰ ਵਿੱਚ ਔਂਕੜ ਆ ਗਈ ਰਾਰੇ ਦੇ। ਗੁਰ ਅਰਜੁਨ ਸਿਰ ਛਤਰ, ਭਾਵ ਗੁਰੂ ਅਰਜਨ ਦੇ ਪਾਤਸ਼ਾਹ ਤੇ ਜਿਹੜਾ ਛਤਰ ਝੁੱਲ ਰਿਹਾ ਹੈ ਆਪ ਪਰਮੇਸ਼ਰ ਦਿਓ। ਇਹ ਗੁਰੂ ਨੇ ਖੋਇਆ ਨਹੀਂ ਕਿਸੇ ਤੋਂ, ਆਪ ਭਾਵ ਆਪ ਹੀ, ਪੱਪੇ ਨੂੰ ਆ ਗਈ ਸਿਹਾਰੀ, ਆਪ ਹੀ ਪਰਮੇਸ਼ਰ ਦੇ ਰਾਰੇ ਨੂੰ ਆ ਗਈ ਸਿਹਾਰੀ, ਪਰਮੇਸ਼ਰ ਨੇ ਦਿਓ, ਰੱਬ ਨੇ ਆਪ ਦਿੱਤਾ ਹੈ। ਉਸ ਪਰਮ ਐਸ਼ਵਰ ਪ੍ਰਭੂ ਨੇ ਆਪ ਸੀਸ ਤੇ ਛਤਰ ਚੁਲਾਇਆ। ਜਿਹੜਾ ਗੁਣਾ ਨਾਲ ਜੁੜੇਗਾ ਉਹਦੀ ਸ਼ੋਭਾ ਹੋਏਗੀ। ਤੁਸੀਂ ਸੱਚ ਬੋਲੋਗੇ ਤੁਹਾਡੀ ਵੀ ਸ਼ੋਭਾ ਹੋਏਗੀ, ਤੁਸੀਂ ਕਿਸੇ ਨੂੰ ਮਿੱਠਾ ਬੋਲੋਗੇ ਤੁਹਾਡਾ ਲੋਕ ਸਤਿਕਾਰ ਦੇਣਗੇ। ਜਿੱਦਾਂ ਦਾ ਅਸੀਂ ਕਿਸੇ ਨਾਲ ਵਿਹਾਰ ਕਰਦੇ ਹਾਂ ਬਦਲੇ ਚ ਮਿਲਦਾ ਹੈ। ਤੁਸੀਂ ਜੀਵਨ ਵਿੱਚ ਨਿਮਰਤਾ ਧਾਰਨ ਕਰੋਗੇ ਤੁਹਾਨੂੰ ਇੱਜ਼ਤ ਮਾਣ ਸਤਿਕਾਰ ਮਿਲੇਗਾ। ਤੁਸੀਂ ਇਮਾਨਦਾਰੀ ਦੀ ਜ਼ਿੰਦਗੀ ਜੀਓਗੇ ਸਤਿਕਾਰ ਮਿਲੇਗਾ। ਸੱਚ ਦੀ ਪਰਖ ਤੇ, ਧਰਮ ਦੀ ਪਰਖ ਦੇ ਉੱਪਰ ਤੁਸੀਂ ਸਨਮਾਨਯੋਗ ਮੰਨੇ ਜਾਓਗੇ। ਇਸੇ ਤਰ੍ਹਾਂ ਗੁਰੂ ਅਰਜਨ ਦੇ ਪਾਤਸ਼ਾਹ ਰੱਬੀ ਗੁਣਾ ਨੂੰ ਧਾਰਨ ਕਰਨ ਵਾਲੇ ਨੇ, ਪ੍ਰਭੂ ਨੇ ਆਪ ਹੀ ਸ਼ੋਭਾ ਦੇ ਦਿੱਤੀ। ਚੌਰ ਝੂਲਣਾ, ਛਤਰ ਝੂਲਣੇ, ਇਹ ਸ਼ੋਭਾ ਦੇ ਪ੍ਰਤੀਕ ਚੀਜ਼ਾਂ ਨੇ, ਇਹ ਚਿੰਨ੍ਹ ਨੇ ਸਨਮਾਨ ਦੇ। ਪ੍ਰਭੂ ਨੇ ਆਪ ਸਨਮਾਨ ਦੇ ਦਿੱਤਾ, ਆਪ ਛਤਰ ਚੁਲਾ ਦਿੱਤਾ, ਭਾਵ ਆਪ ਮਾਣ ਦੇ ਦਿੱਤਾ। ਜਿਹਨੂੰ ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਚ ਕਿਹਾ ਸੀ ਕਿ ਮੈਂ ਉਹ ਸਾਂ ਜਿਹਨੂੰ ਕੋਈ ਪੁੱਛਣ ਨੂੰ ਤਿਆਰ ਨਹੀਂ ਸੀ, ਜਿਹਦੀ ਕੋਈ ਬਾਤ ਨਹੀਂ ਸੀ ਪੁੱਛਦਾ, ਪਰ ਜਦੋਂ ਰੱਬ ਨੇ ਮੇਰੇ ਤੇ ਕਿਰਪਾ ਕੀਤੀ ਉਦੋਂ ਉਹਨੇ ਮੇਰੇ ਸਿਰ ਤੇ ਛਤਰ ਚੁਲਾ ਦਿੱਤਾ। ਐਸੀ ਲਾਲ ਤੁਝ ਬਿੰਦ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੇ ਛਤਰ ਧਰੇ। ਛਤਰ ਧਰਨਾ ਭਾਵ ਇੱਜ਼ਤ ਸ਼ੋਭਾ ਮਿਲ ਜਾਣੀ। ਮਿਲ ਨਾਨਕ ਅੰਗਦ ਅਮਰ ਗੁਰ, ਮਿਲ ਦੇ ਲਲੇ ਨੂੰ ਆ ਗਈ ਸਿਹਾਰੀ, ਮਿਲ ਕੇ। ਨਾਨਕ ਕੱਕਾ ਮੁਕਤਾ, ਅੰਗਦ ਦਾ ਦੱਦਾ ਮੁਕਤਾ, ਅਮਰ ਦਾ ਰਾਰਾ ਮੁਕਤਾ, ਗੁਰ ਦਾ ਰਾਰਾ ਮੁਕਤਾ। ਇਹਦਾ ਮਤਲਬ ਅੱਗੇ ਸੰਬੰਧਕ ਹੈ ਜਿਹੜਾ ਸਾਰਿਆਂ ਨਾਲ ਸੰਬੰਧਿਤ ਹੈ। ਮਿਲ ਕੇ ਗੁਰੂ ਨਾਨਕ ਸਾਹਿਬ ਜੀ ਨੂੰ, ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ, ਗੁਰੂ ਅਮਰਦਾਸ ਸਾਹਿਬ ਜੀ ਨੂੰ, ਭਾਵ ਗੁਰੂ ਨਾਨਕ ਪਾਤਸ਼ਾਹ ਨੂੰ, ਗੁਰੂ ਅੰਗਦ ਦੇ ਪਾਤਸ਼ਾਹ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਮਿਲ ਕੇ, ਉਹਨਾਂ ਵਿੱਚ ਲੀਨ ਹੋ ਕੇ ਗੁਰੂ ਰਾਮਦਾਸ ਹਰ ਪੈ ਗਏ। ਗੁਰੂ ਰਾਮਦਾਸ ਪਾਤਸ਼ਾਹ ਹਰੀ ਚ ਸਮਾ ਗਏ। ਰਾਮਦਾਸ ਤੇ ਸੱਸੀ ਨੂੰ ਔਂਕੜ, ਉਹਨਾਂ ਦਾ ਵਿਸ਼ੇਸ਼ਣ ਗੁਰ ਵੀ ਰਾਰੇ ਨੂੰ ਔਂਕੜ ਨਾਲ ਆਇਆ। ਗੁਰੂ ਰਾਮਦਾਸ ਸਾਹਿਬ ਹਰ ਪੈ ਗਇਓ। ਗੁਰੂ ਰਾਮਦਾਸ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ ਨਾਲ ਮਿਲ ਕੇ ਰੱਬ ਚ ਸਮਾ ਗਏ। ਭਾਵ ਜਿਵੇਂ ਪਿਛਲੇ ਗੁਰੂ ਪ੍ਰਭੂ ਦਾ ਰੂਪ ਸਨ, ਗੁਰੂ ਰਾਮਦਾਸ ਪਾਤਸ਼ਾਹ ਵੀ ਰੱਬ ਚ ਸਮਾ ਗਏ ਨੇ, ਰੱਬ ਦਾ ਰੂਪ ਹੋ ਗਏ ਨੇ। ਹਰ ਪਹਿ ਗਇਓ, ਹਰੀ ਪ੍ਰਭੂ ਦੇ ਕੋਲ ਚਲੇ ਗਏ, ਭਾਵ ਪ੍ਰਭੂ ਵਿੱਚ ਲੀਨ ਹੋ ਗਏ। ਹਰਬੰਸ, ਸੱਸਾ ਮੁਕਤਾ ਹੈ, ਸਬੋਧਨ ਆ ਗਿਆ, ਹੇ ਹਰਬੰਸ। ਜਗਤ ਜਸ ਸੰਚਰਿਓ, ਜਗਤ ਦੇ ਆ ਗਈ ਤੈਨੂੰ ਸਿਹਾਰੀ, ਭਾਵ ਜਗਤ ਵਿੱਚ। ਜਸ ਸੱਸੇ ਨੂੰ ਆ ਗਈ ਔਂਕੜ, ਜਸ ਮੈਨੇ ਸ਼ੋਭਾ। ਸੰਚਰਿਓ, ਸੰਚਰਿਓ ਮੈਨੇ ਫੈਲ ਗਈ, ਪਸਰ ਗਈ। ਸੋ ਕਵਣ ਕਹੈ, ਇਸ ਕਰਕੇ ਕੌਣ ਆਖਦਾ ਹੈ, ਕਵਣ ਇੱਕ ਵਚਨ ਪਲਿੰਗ। ਸ਼੍ਰੀ ਗੁਰੂ ਮੁਇਓ, ਕਿ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਮੋਏ ਹਨ। ਕੌਣ ਆਖਦਾ ਹੈ, ਉਹ ਮਰੇ ਨਹੀਂ ਹਨ। ਦੇਵਪੁਰੀ ਮੈਂ ਗਇਓ, ਆਪ ਪਰਮੇਸ਼ਰ ਪਾਇਓ। ਦੇਵਪੁਰੀ ਮਨੇ
प्रभु दी पुरी, जिथे दैवी गुण ने, सत संतोख दया धर्म धीरज, इन्हां गुणां दी नगरी च समा गए ने। गुणां दा रूप हो गए, गुण कहे गुणी समावणे आ, उते गुणां नूं कह के गुणां च समा गए ने। गुणां दी नगरी दे विच चले गए ने, गुणां दा रूप ही हो गए ने। देवपुरी मैं गयो, आप परमेश्वर पायो। आप ही, पप्पे नूं आ गई सियारी, आप ही परमेश्वर रारा मुक्ता है, परमेश्वर नूं पायो। पायो मैंने चंगा लग्या पाना, रब दे पाने विच, रब्बी नीमां दे विच वो समा गए। रब्बी नीमां दे विच चलदियां होइयां गुणां च समा गए। हर सिंघासन दियो, श्री गुरु तह बैठायो। हरि प्रभु ने हर सिंघासन, सिंघासन दे डाणे नूं आ गई सियारी, रब्बी सिंघासन दियो। रब प्रभु ने सिंघासन दिता, हर मैंने हरि ने सिंघासन दियो। वो सिंघासन जिहड़ा सेह आसन मन्निया जांदा। सेह मैंने शेर, ते शेर निडर हुंदा है, शेर राजा हुंदा है, भाव राजे वाला आसन मिल गया, निडरता वाला आसन मिल गया, जिथे कोई डर नहीं, निरभव हो गए, शोभावान हो गए। श्री गुरु तह बिठायो। प्रभु ने गुरु अर्जन देव पातशाह नूं उन्हां निर्भैता वाले सिंघासन ते बिठा दिता, निर्भैता दी दात विच लीन कर दिता, माण दे विच लीन कर दिता, शोभा दे सिंघासन ते लीन कर दिता। श्री गुरु तह बिठायो, भाव गुरु रामदास पातशाह जी नूं प्रभु ने अपने सिंघासन ते बिठा दिता। रब गुणां दा रूप है, गुरु अर्जन देव गुरु रामदास पातशाह गुणां दा रूप हो गए, रब दा रूप हो गए। इसे नूं ही कदी सतगुरु पातशाह जी ने यह कहा सी, भगत कबीर जी ने अपनी बाणी च कहा सी, अब तो जाए चढ़े सिंघासन, मिले है सारंग पानी, राम कबीरा एक पए है कोई ना सके पछानी। यह है रब दा सिंघासन, रब दा रूप हो जाना। रब ने अपना रूप दे दिता, अपने सिंघासन ते जिथे रब बैठे उत्थे गुरु रामदास पातशाह जी नूं बिठा दिता ते अपने वर्गा कर लिया। भाव गुरु रामदास पातशाह हुण प्रभु च समा गए ने। इन्ना कोई इहदा अर्थ बनदा है। रहस कियो सुरदेव, तोहे जस जय जय जंपे। रहस मैंने खुशी पैदा हुई, मंगल पैदा हो गया। एक वचन फलिंग है सुरदेव। सुरदेव मैंने दैवी गुणा वाले मनुख जिहड़े ने, रब्बी प्यारे, उन्होंने सिफत की, जय जयकार कर रहे हैं। तोहे जस, हे सतगुरु पातशाह तुहाडा जस गा रहे हैं, जय जय जंपे। ये ना कोई पृथ्वी चंद विरोधता कर रहे हैं, मसंद विरोधता कर रहे हैं। जिहड़े आ दैवी गुणा वाले गुरसिख ने, तुहाडी जय जयकार कर रहे हैं, ये तुहाडे गुणां नूं देख के खुश हो रहे हैं। रहस कियो सुरदेव, तोहे जस जय जय जंपे। तेरा जस, जस सस्से नूं औंकड़ एक वचन फलिंग, तोहे मैंने तेरा, तेरा जस जय 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 जयकार कर रहे हैं, जंपे मैंने बोल रहे हैं। असुर गए ते भाग, जिहड़े विरोधता करने वाले सन, असुरी बिरतियां वाले, भाव बुरे विचारां वाले, औगणां नाल भरे हुए जिहड़े सन मसंद बिरती दे लोग, वो ते दौड़ गए। असुर गए ते भाग, भाग दे गगे नूं आ गई सियारी, भज गए। पाप तिन भीतर कंपे। पाप बहुवचन शब्द है, तिन ये भी बहुवचनी अर्थ बनेगा। तिन्हां दे अंदर पाप हुण कंबदे हन, कंपे भी बहुवचनी क्रिया है। भीतर संबंधक अपनी रारे दी सियारी नाल लैके आया है। पाप तिन भीतर कंपे, भाव संबंधक गुरबाणी जो भीतर आएगा, रारे नूं सियारी नाल आएगा। हुण जिहड़े ओ बुरी बिरतियां वाले सन, मसंदां वालियां बिरतियां वाले सन, जिहड़े विरोधता कर रहे सन, आखिर उन्हां दे पाप अंदरों कंब गए, वो लोग दौड़ गए। काटे सो पाप तिन्नरों के, गुरु रामदास जिन पायो। पर हाँ, जिहड़े गुरु रामदास पातशाह दे हुक्म दे विच गुरु दे चरनां च आके मिल गए, उन्हां दे पाप कटे गए। काटे सो पाप तिन नरों के, उन्हां नरां दे, उन्हां मनुखां दे, तिन बहुवचन आ गया। उन्हां मनुखां दे पाप, पाप पप्पा मुक्ता है, बहुवचन पाप, उन्हां मनुखां दे पाप कटे गए। गुरु रामदास जिन पायो, जिन्हां नूं गुरु रामदास पातशाह प्राप्त हो गया। गुरु रामदास एक वचन फलिंग, इस करके सस्से नूं भी औंकड़, गुर दे रारे विशेषण नूं भी औंकड़ आ गई। जिन बहुवचन है, जिन्हां ने गुरु रामदास पातशाह नूं प्राप्त किया है, उन्हां दे पाप कटे गए, भाव जिहड़े झुक गए। गुरु रामदास पातशाह दे चरनां च जिहड़े झुक गए, जां गुरु रामदास पातशाह दे हुक्मां नूं मन के जिहड़े पंचम पातशाह अगे झुक गए, उन्हां दे पाप कटे गए। छत्र सिंघासन प्रथमी गुरु अर्जुन को दे आयो। जिहड़े छत्र सिंघासन जिहड़े ने, गुरु रामदास पातशाह जी ने छत्र सिंघासन, रब्बी तख्त, रब्बी शोभा मान जिहड़ी है, प्रथवी मैंने इस धरती के उपर
गुरु अर्जुन को दे आयो। गुरु रामदास पातशाह गुरु अर्जन देव पातशाह नूं दे के रब विच आके समा गए हन। अर्जुन दा नन्ना मुक्ता है, अगे कौ संबंधक आ गया। उन्हां दा विशेषण गुर भी इस करके मुक्ता आ गया। गुरु अर्जुन को दे आयो, दे मैंने दे के। गुरु रामदास पातशाह गुरु अर्जन देव पातशाह जी नूं इस धरती दा सिंघासन छत्र, धरती दी शोभा दे के प्रभु विच आके मिल गए हन। इस तो अगे जो असीं देखदे हां अंक लिखे हुए ने, 2 अंक 21 अंक 19 9 अंक 11 अंक। इन्हां अंकां दा मतलब की है, इन्हां नूं समझ लिओ। 2 मैंने कि भट्ट हरबंस जी दे 2 सवैये इत्थे पूर्ण हो गए ने। 21 मैंने भट्ट हरबंस जी दे 2 ते 19 भट्ट कलसहार जी दे 12 सवैये, भट्ट मथुरा जी दे 7 सवैये। 12 ते 7 19, 19 सवैये ते 2 सवैये भट्ट हरबंस जी दे, 19 ते 2 टोटल सवैये पंचम पातशाह दे 21 ने। पंचम पातशाह दे सवैयां दा कुल जिहड़ा है अंक वो 21 है, भाव कुल गिनती इत्थे 21 हो गई संपूर्ण। भट्ट हरबंस जी दे 2 सवैये ने तां 2 आ गया, 21 सवैये। गुरु अर्जन देव पातशाह जी दे सारे सवैये जिहड़े टोटल 21 ने, इत्थे 21 दी गिनती आ गई। उस तो अगे आ गया 9। ਜਦੋਂ ਅਸੀਂ ਸਵਈਆਂ ਦੀ ਵਿਚਾਰ ਆਰੰਭ ਕੀਤੀ ਸੀ, ਆਪ ਜੀ ਨੂੰ ਪਤਾ ਹੋਏਗਾ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਭ ਤੋਂ ਪਹਿਲਾਂ 1385 ਪੰਨੇ ਤੋਂ ਸਵਈਏ ਸ਼ੁਰੂ ਹੁੰਦੇ ਨੇ। ਪਹਿਲਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ 9 ਸਵਈਏ ਨੇ, ਉਸ ਤੋਂ ਅੱਗੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ 11 ਸਵਈਏ ਨੇ। 9 ਤੇ 11 ਹੋ ਗਏ 20 ਸਵਈਏ। ਇਸ ਕਰਕੇ ਪਹਿਲਾਂ 9 ਆ ਗਿਆ, ਪੰਚਮ ਪਾਤਸ਼ਾਹ ਦੇ ਪਹਿਲੇ 9 ਸਵਈਏ, ਅੱਗੇ 11 ਅੰਕ ਆ ਗਿਆ, ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ 11 ਸਵਈਏ। ਉਸ ਤੋਂ ਅੱਗੇ ਗੁਰੂ ਨਾਨਕ ਪਾਤਸ਼ਾਹ ਦੀ ਸਿਫਤ ਦੇ ਸਵਈਏ ਸ਼ੁਰੂ ਹੋ ਜਾਂਦੇ ਨੇ, ਭੱਟਾਂ ਦੇ ਮੁਖਾਰਬਿੰਦ ਤੋਂ 4। ਫਿਰ ਭੱਟਾਂ ਨੇ ਗੁਰੂ ਨਾਨਕ ਸਾਹਿਬ ਦੀ ਸਿਫਤ ਦੇ ਸਵਈਏ ਕਹੇ, ਉਹ ਸੀ 10, ਇੱਥੇ 10 ਦੀ ਗਿਣਤੀ ਆ ਗਈ। ਉਸ ਤੋਂ ਅੱਗੇ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸਿਫਤ ਦੇ ਸਵਈਏ ਕਹੇ ਭੱਟਾਂ ਨੇ, ਉਹ ਸੀ 10, ਅਗਲੀ ਗਿਣਤੀ 10 ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਸਵਈਆਂ ਦੀ ਗਿਣਤੀ ਹੈ, ਉਹਨਾਂ ਦੀ ਸਿਫਤ ਦੇ। ਉਸ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ ਦੀ ਸਿਫਤ ਦੇ ਭੱਟਾਂ ਨੇ 22 ਸਵਈਏ ਕਹੇ, ਉਹ 22 ਗਿਣਤੀ ਅੱਗੇ ਆ ਗਈ। ਗੁਰੂ ਰਾਮਦਾਸ ਪਾਤਸ਼ਾਹ ਦੀ ਸਿਫਤ ਦੇ ਉਹਨਾਂ ਨੇ 60 ਸਵਈਏ ਕਹੇ, 60 ਸਵਈਏ ਜਿਹੜੇ ਨੇ ਉਹ ਅੱਗੇ 60 ਦੀ ਗਿਣਤੀ ਆ ਗਈ। ਹੁਣ ਜਦੋਂ ਇਹ ਕੁੱਲ ਗਿਣਤੀ ਅਸੀਂ ਦੇਖਦੇ ਹਾਂ ਭੱਟਾਂ ਦੇ ਸਵਈਆਂ ਦੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ 9, ਫਿਰ 11, ਫਿਰ 10, ਫਿਰ 10, ਫਿਰ 22, ਫਿਰ 60, ਇਹਨਾਂ ਦੀ ਟੋਟਲ ਗਿਣਤੀ ਦਾ ਅੰਕ, ਕੁੱਲ ਅੰਕ ਬਣ ਗਿਆ 122। 122 ਜਿਹੜੇ ਪੰਚਮ ਪਾਤਸ਼ਾਹ ਦੇ 21 ਸਵਈਏ ਨੇ ਉਹ ਵਿੱਚ ਗਿਣੇ ਨਹੀਂ ਗਏ, ਕਿਉਂਕਿ ਉਹ ਪਿੱਛੇ ਆ ਗਏ ਨੇ। 21 ਸਵਈਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ, ਤੇ ਕੁੱਲ ਗਿਣਤੀ ਜਿਹੜੀ ਹੈ 9, 11, 10, 10, 22, 60, ਟੋਟਲ 122 ਸਵਈਏ ਪਿਛਲੇ, ਭਾਵ ਪਿਛਲੇ 122 ਸਵਈਏ ਤੇ ਆ ਜਿਹੜੀ ਹੁਣ ਸੰਪੂਰਨ ਹੋਈ ਹੈ ਪੰਚਮ ਪਾਤਸ਼ਾਹ ਦੀ ਸਵਈਆਂ ਦੀ ਬਾਣੀ, ਇਹ ਸਵਈਏ 21 ਟੋਟਲ ਮਿਲਾ ਕੇ ਹੋ ਜਾਂਦੇ ਨੇ ਇਹ 143 ਸਵਈਏ। ਜਿਹੜੇ ਨੇ ਪਿਛਲੇ ਸਵਈਆਂ ਦੀ ਟੋਟਲ ਗਿਣਤੀ ਦਾ ਅੰਕ ਹੈ, ਤੇ ਇਹਦੇ ਵਿੱਚ ਆ ਪੰਚਮ ਪਾਤਸ਼ਾਹ ਦੇ 21 ਸਵਈਏ ਵੀ ਮਿਲਾ ਲਓ। ਜਦੋਂ 21 ਸਵਈਏ ਮਿਲਾ ਲੈਂਦੇ ਆ ਤੇ ਟੋਟਲ 143 ਸਵਈਏ ਹੋ ਜਾਂਦੇ ਨੇ। ਅੱਜ ਕਾਫੀ ਲੰਮੀਆਂ ਵਿਚਾਰਾਂ ਹੋ ਗਈਆਂ, ਜਿਹਦੇ ਲਈ ਮੈਂ ਕਿਵੇਂ ਦਾ ਜਾ ਚੱਕਾਂ। ਪੰਚਮ ਪਾਤਸ਼ਾਹ ਦੇ ਸਵਈਆਂ ਦੀ ਅੱਜ ਵਿਚਾਰ ਸੰਪੂਰਨ ਹੋ ਚੁੱਕੀ ਹੈ, ਅਤੇ ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਲਗਭਗ 2-3 ਹਫ਼ਤੇ ਮੈਂ ਯੂਰਪਨ ਦੇਸ਼ਾਂ ਵਿੱਚ ਹੀ ਹਾਂ, ਫਿਰ ਮੈਂ 2 ਹਫ਼ਤੇ ਉਸ ਤੋਂ ਬਾਅਦ ਮੈਂ ਇੰਡੀਆ ਹੋਵਾਂਗਾ, ਤੇ ਇਹਨਾਂ ਹਫ਼ਤਿਆਂ ਦੇ ਵਿੱਚ 2-3 ਹਫ਼ਤੇ ਅਸੀਂ ਇੱਕ ਨਵਾਂ ਵਿਸ਼ਾ ਆਰੰਭ ਕਰ ਲਵਾਂਗੇ। ਉਸ ਤੋਂ ਬਾਅਦ ਅੱਗੇ ਦੇਖਾਂਗੇ ਵੀ ਕਿਹੜੀ ਬਾਣੀ ਦੀ ਵਿਚਾਰ ਕਰਨੀ ਹੈ। ਤੇ ਅਗਲੇ ਜਿਹੜੇ ਵਿਸ਼ੇ ਹੋਣਗੇ ਅਗਲੇ ਐਤਵਾਰ, ਅਗਲੇ ਮੰਗਲਵਾਰ ਤੋਂ ਮੈਂ, ਜੇ ਇਜਾਜ਼ਤ ਦੇਣਗੇ ਸਰਦਾਰ ਹਰਜੀਤ ਸਿੰਘ ਜੀ ਚੇਅਰਮੈਨ ਸਾਹਿਬ, ਤੇ ਮੈਂ ਅਨਾਉਂਸ ਕਰ ਦਿਆਂਗਾ ਕਿਹੜੇ ਵਿਸ਼ੇ ਨੇ। ਜੇ ਆਪ ਜੀ ਕੁਝ ਕਹਿਣਾ ਚਾਹੋ ਤੇ ਮੈਂ ਉਹ ਵਿਸ਼ੇ ਲੈ ਲਵਾਂਗਾ, ਮੈਂ ਜਿਵੇਂ ਭਾਈ ਸਾਹਿਬ ਜੀ ਕਹਿਣਗੇ ਮੈਂ ਉਸ ਤਰ੍ਹਾਂ ਕਰ ਲਵਾਂਗਾ ਜੀ। ਧੰਨਵਾਦ ਆਪ ਜੀ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।